14 ਫਰਵਰੀ ਨੂੰ ਪੰਜਾਬ 'ਚ ਚੋਣਾਂ ਹੋਣੀਆਂ ਲੇਕਿਨ ਅਜੇ ਤੱਕ ਕਾਂਗਰਸ ਨੇ ਆਪਣੇ ਟਿਕਟਾਂ ਦਾ ਐਲਾਨ ਨਹੀਂ ਕੀਤਾ। ਅਜੇ ਮਾਕਨ ਸਕਰੀਨਿੰਗ ਕਮੇਟੀ ਦੇ ਮੈਂਬਰ ਨੇ, ਉਹ ਕੋਵਿਡ ਪੋਜ਼ਿਟਿਵ ਨੇ। ਰਾਹੁਲ ਗਾਂਧੀ ਫੋਰਨ ਘੁੰਮਣ ਗਏ ਨੇ, ਸਵਿਟਜ਼ਰਲੈਂਡ ਸੁਨੀਲ ਜਾਖੜ ਚਲੇ ਗਏ ਨੇ। ਤਾਂ ਕੀ ਕਾਂਗਰਸ ਲਾਈਟਲੀ ਲੈ ਰਹੀ ਹੈ ਜਾਂ ਕਾਂਗਰਸ ਅਜੇ ਤੈਅ ਨਹੀਂ ਹੋਇਆ? ਰਵਨੀਤ ਸਿੰਘ ਬਿੱਟੂ ਹੋਰਾਂ ਨਾਲ ਤਮਾਮ ਚੋਣਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਹਰ ਵਾਰ ਪਿਛੜ ਜਾਂਦੇ ਹੋ ਟਿਕਟਾਂ ਨੂੰ ਲੈ ਕੇ। ਅਕਾਲੀ ਦਲ ਨੇ 100 ਐਲਾਨਤੀਆਂ, ਆਮ ਆਦਮੀ ਪਾਰਟੀ 100 ਦੇ ਕਰੀਬ ਐਲਾਨ ਚੁੱਕੀ ਹੈ। ਕਾਂਗਰਸ ਦਾ ਅਜੇ ਕਿੱਥੇ ਹੈ ਟਿਕਟਾਂ? ਕਦੋਂ ਤੱਕ ਐਲਾਨੀਆਂ ਜਾਣਗੀਆਂ? ਜਿਨ੍ਹਾਂ ਦੇ ਕੋਲ ਅਪਲਾਈ ਕਰਨ ਨੂੰ ਹੀ ਕੋਈ ਬੰਦੇ ਨਹੀਂ ਗਏ, ਹਾਂ, ਉਹਨਾਂ ਦੇ ਉਹ ਤਾਂ ਕੱਲਾ ਬੰਦਾ ਲੱਭ ਕੇ ਕਦੇ 2 ਦੇਤੀਆਂ, ਕਦੇ 3 ਦੇਤੀਆਂ। ਜਿਵੇਂ ਫੜਿਆ ਕੋਈ ਬਾਦਲ ਸਾਹਿਬ ਨੂੰ ਲੱਭ ਗਿਆ, ਤੁਰੇ ਜਾਂਦੇ, ਕੋਈ ਡਿੱਗ ਕੇ ਆ ਗਿਆ, ਆਮ ਆਦਮੀ ਦੇ ਕੋਈ ਪਾਰਟੀ ਛੱਡ ਕੇ ਆ ਗਿਆ। ਉਹਨਾਂ ਨੇ ਤਾਂ ਇਹ ਟਿਕਟਾਂ ਦਿੱਤੀਆਂ ਯਾਰ, ਉਹਨਾਂ ਨਾਲ ਤੁਸੀਂ ਕੰਪੇਅਰ ਕਰ ਰਹੇ ਹੋ। ਕਾਂਗਰਸ ਪਾਰਟੀ ਟਿਕਟਾਂ ਹਮੇਸ਼ਾ, ਤੁਸੀਂ ਆਪ ਹੀ ਕਹਿੰਦੇ ਹੋ, ਲੇਟ ਬਣਦੀ ਹੈ। ਲੇਟ ਬਣਨ ਤੋਂ ਬਾਅਦ ਅੱਗੇ ਕੌਣ ਨਿਕਲਦਾ ਹੈ? ਸਰਕਾਰ ਕੌਣ ਬਣਾਉਂਦਾ ਹੈ? ਇਸ ਕਰਕੇ ਇਹ ਨਾਲੇ ਇਹ ਕੋਈ ਇਹ ਉੱਥੇ ਉਹ ਕੇਜਰੀਵਾਲ ਦੀ ਪਾਰਟੀ ਆ, ਇਹ ਸੁਖਬੀਰ ਦੀ ਪਾਰਟੀ ਆ। ਇਹ ਪਾਰਟੀ ਆ ਜਿਹੜੀ ਇਹ ਪਹਿਲਾਂ ਇੱਥੇ ਜਿਹੜਾ ਸਕਰੀਨਿੰਗ ਕਮੇਟੀ ਆ, ਹਜੇ ਤਾਂ ਉਹ ਮੀਟਿੰਗਾਂ ਕਰ ਰਹੀ ਆ। ਉਦੋਂ ਬਾਅਦ ਇਲੈਕਸ਼ਨ ਕਮੇਟੀ ਜਾਣਾ ਹੈ, ਫਿਰ ਕਿਤੇ ਜਾ ਕੇ ਸੋਨੀਆ ਗਾਂਧੀ ਜੀ ਜਾਂ ਜਿਹੜੀ ਸਾਰੀ CWC ਉਹ 'ਚੋਂ CIC ਉਹਨੇ ਆ ਕੇ ਫੈਸਲੇ ਕਰਨੇ ਆ। ਇੱਥੇ ਇਹ ਮਲਾਈ ਜਿਹੜੀ ਆ ਉਹ ਐਵੇਂ ਨਹੀਂ ਆਉਂਦੀ। ਤੇ ਐਵੇਂ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਸਭ ਤੋਂ ਪੁਰਾਣੀ ਪਾਰਟੀ ਜਿੱਤ ਹਾਸਲ ਨਹੀਂ ਕੀਤੀ। 2017 ਚ ਇੱਕ ਵੱਡੇ ਚਿਹਰੇ ਦੇ ਮੁਕਾਬਲੇ ਵੱਡੇ ਚਿਹਰੇ ਐਲਾਨੇ ਗਏ ਸੀ। ਜਲਾਲਾਬਾਦ ਤੋਂ ਤੁਸੀਂ ਸੁਖਬੀਰ ਬਾਦਲ ਦੇ ਖਿਲਾਫ ਲੜੇ ਸੀ, ਕੈਪਟਨ ਅਮਰਿੰਦਰ ਸਿੰਘ ਲੰਬੀ ਤੋਂ ਲੜੇ ਸੀ। ਇਸ ਵਾਰ ਵੀ ਪਲੈਨਿੰਗ ਹੈ ਕਿ ਵੱਡੇ ਚਿਹਰੇ? ਰਵਨੀਤ ਬਿੱਟੂ ਕਿਤੋਂ ਚੋਣ ਲੜ ਰਹੇ? ਰਵਨੀਤ ਬਿੱਟੂ ਜਲਾਲਾਬਾਦ, ਲੰਬੀ, ਮਜੀਠੇ ਹਲਕੇ 'ਚ ਜਾ ਰਹੇ ਆ? ਨਹੀਂ, ਉਹ ਮੈਂ ਉਹ 'ਤੇ ਵੀ ਆਉਣਾ। ਪਹਿਲੀ ਗੱਲ ਤਾਂ ਇਹ ਹੈ ਵੀ ਹੁਣ ਬੜੇ ਚਿਹਰੇ ਉਹ ਤਾਂ ਰਹੇ ਨਹੀਂ। ਉਦੋਂ ਸੀਗੇ ਸੁਖਬੀਰ ਬਾਦਲ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਉਦੋਂ ਉਹਨਾਂ ਦੇ ਮੰਤਰੀ। ਹੁਣ ਤਾਂ ਆਮ ਨੇ, ਜਿਵੇਂ ਸਾਰੇ ਨੇ, ਤਾਂ ਉਹਨਾਂ ਦੇ ਵੱਡੇ। ਹਾਂ, ਪਰ ਹਾਂ ਠੀਕ ਆ, ਇਹ ਪਾਰਟੀ ਨੇ ਪਿਛਲੀ ਵਾਰ ਫੈਸਲਾ ਕੀਤਾ ਸੀ। ਪਰ ਇਸ ਵਾਰ ਵੀ ਜਿਹੜੇ ਬੜੇ ਚਿਹਰੇ ਆ, ਮੈਂ ਤਾਂ ਮੀਟਿੰਗ ਦੇ ਅੰਦਰ ਵੀ ਇਹ ਗੱਲ ਕਹੀ ਆ ਵੀ ਬਿਲਕੁਲ ਮੈਂ ਤੁਹਾਨੂੰ ਇਹ ਵੀ ਵਿਸ਼ਵਾਸ ਦਿਵਾਉਣਾ, ਲੜਨਗੇ ਵੀ ਬੜੇ ਚਿਹਰੇ। ਇਹ ਨਹੀਂ ਗੱਲ ਹੈ ਕਿ ਇਕੱਲੇ ਕਹਿਣ ਵਾਲੀ ਗੱਲ ਆ। ਪਿਛਲੀ ਵਾਰ ਵੀ ਸਿੱਧਾ ਜਾ ਕੇ ਪ੍ਰਕਾਸ਼ ਸਿੰਘ ਬਾਦਲ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਇਲੈਕਸ਼ਨ ਲੜੇ ਸੀ। ਭਗਵੰਤ ਮਾਨ ਤੇ ਜਿਹੜਾ ਸੁਖਬੀਰ ਬਾਦਲ ਸੀ, ਉਹਨਾਂ ਨਾਲ ਮੈਂ ਇਲੈਕਸ਼ਨ ਲੜਿਆ ਸੀ। ਹੁਣ ਦੂਜਿਆਂ ਦੀ ਵਾਰੀ ਆ। ਇਸ ਵਾਰ ਜਿਹੜੇ ਬੜੇ ਚਿਹਰੇ ਜਿਨ੍ਹਾਂ ਨੇ ਵੱਡੀਆਂ ਮਿਨਿਸਟਰੀਆਂ 5 ਸਾਲ ਕੀਤੀਆਂ ਏ, ਉਹਨਾਂ ਨੂੰ, ਚਾਹੇ ਮਨਪ੍ਰੀਤ ਸਿੰਘ ਨੇ, ਚਾਹੇ ਉਹ ਸੁਖਜਿੰਦਰ ਰੰਧਾਵਾ ਨੇ, ਚਾਹੇ ਸੋਨੀ, ਸਭ ਜਿਹੜੇ ਵੀ ਮਤਲਬ ਮਨਪ੍ਰੀਤ ਬਾਦਲ, ਨਵਜੋਤ ਸਿੱਧੂ, ਚਰਨਜੀਤ ਸਿੰਘ ਚੰਨੀ, ਕਿੱਥੇ ਇਲੈਕਸ਼ਨ ਲੜਨੀ ਚਾਹੀਦੀ ਤੁਹਾਨੂੰ ਲੱਗਦਾ ਹੈ? ਕਿ ਮਜੀਠੇ ਹਲਕੇ 'ਚ ਜਾਂ ਲੰਬੀ 'ਚ ਜਾਂ ਵੱਡੇ ਚਿਹਰਿਆਂ ਦੇ ਭਗਵੰਤ ਮਾਨ ਜਿੱਥੋਂ ਲੜਨ ਉੱਥੇ ਲੜਨੀ ਚਾਹੀਦੀ ਹੈ? ਦੇਖੋ, ਜਿੱਥੇ ਤੱਕ ਮੇਰਾ ਸੀ, ਹੁਣ ਤਾਂ ਮੈਂ ਕਿਸੇ ਮੀਟਿੰਗ 'ਚ ਬਹਿਣਾ ਨਹੀਂਗਾ। ਜਿੱਥੇ ਤੱਕ ਜਿਹੜੀ ਪਹਿਲੀ ਸਕਰੀਨਿੰਗ ਕਮੇਟੀ ਜਿਹੜੀ ਛੋਟੀ ਜੀ ਸਾਰੇ MP ਬੁਲਾਏ ਸੀ, ਉਦੋਂ ਬਾਅਦ ਇੱਕ ਦਿੱਲੀ ਮੀਟਿੰਗ ਸੀ, ਉਹ 'ਚ ਮੈਂ ਆਪਣੇ ਸੁਝਾਅ ਜ਼ਰੂਰ ਦੇਤੇ ਸੀ ਵੀ ਜ਼ਰੂਰ ਜਿਹੜੇ ਆ ਉਹ ਤਾਂ ਮੈਂ ਕੋਈ ਕਹਿਣ ਵਾਲਾ ਨਹੀਂ, ਮੈਂ ਤਾਂ ਐਜ਼ ਏ ਇੱਕ ਵਰਕਰ ਹੋਣ ਨਾਤੇ ਗੱਲ ਕਰਦਾ ਵੀ ਚੰਨੀ ਸਾਹਿਬ ਚਾਹੇ ਭਗਵੰਤ ਮਾਨ ਲੜਦੇ ਆ, ਜਿੱਥੇ ਉਹਨਾਂ ਦੇ ਉਲਟ ਲੜਨਾ ਚਾਹੀਦਾ। ਜਾਂ ਜੋ ਵੀ ਹੈ, ਇਹ ਵੀ ਨਹੀਂ ਹੁੰਦਾ ਵੀ ਆਪਣੀ ਸੀਟ ਛੱਡ ਕੇ ਵੀ ਜਾਣਾ ਕੋਈ ਜ਼ਰੂਰੀ ਨਹੀਂਗਾ। ਪਰ ਜੇ ਸਥਿਤੀ ਬਣੂਗੀ ਐਸੀ, ਲੋੜ ਆ ਜਿਵੇਂ, ਤੇ ਫਿਰ ਜਿਹੜੇ ਵੀ ਉਹਨਾਂ ਦੇ 2-4 ਚਿਹਰੇ ਆ, ਆਮ ਆਦਮੀ ਦੇ ਆ ਚਾਹੇ ਜਾਂ ਜਿਹੜੇ ਆ, ਉਹਨਾਂ ਨੂੰ ਉੱਥੇ ਜਾ ਕੇ। ਮਨਪ੍ਰੀਤ ਬਾਦਲ ਨੂੰ ਕਿੱਥੋਂ ਲੜਨਾ ਚਾਹੀਦਾ? ਲੰਬੀ ਤੋਂ ਲੜਨਾ ਚਾਹੀਦਾ, ਜਲਾਲਾਬਾਦ ਤੋਂ, ਜਾਂ ਸੁਖਬੀਰ ਬਾਦਲ ਕਿੱਥੋਂ ਲੜਨਗੇ? ਨਹੀਂ ਦੇਖੋ, ਹੁਣ ਮੈਂ ਤਾਂ ਤੁਹਾਨੂੰ ਸਾਰੇ ਸਪੈਸੀਫਿਕ ਸਾਰਿਆਂ ਦੇ ਨਾਂ ਲੈਤੇ ਵੀ ਜਿਹੜੇ ਬੜੇ ਮਜ਼ਬੂਤ ਆਦਮੀ ਨੇ, ਜਿਹੜੇ ਜਿਨ੍ਹਾਂ ਨੇ 5 ਸਾਲ ਸੱਤਾ ਦੇ ਕੇਂਦਰਿਤ ਰਹੇ, ਜਿਨ੍ਹਾਂ ਨੇ ਸਾਰੇ ਪੰਜਾਬ ਦੇ ਵਿੱਚ ਦੌਰੇ ਕੀਤੇ ਆ, ਸਾਰੇ ਪੰਜਾਬ ਦੇ ਵਿੱਚ ਸਕੀਮਾਂ ਲਾਂਚ ਕੀਤੀਆਂ। ਉਹ ਕੁਦਰਤੀ ਆ ਜਿਹੜੇ 16 ਚਿਹਰੇ ਦੇ ਮਿਨਿਸਟਰੀ ਦੇ, ਉਹ ਤਾਂ ਹੁਣ ਦੂਜਿਆਂ ਨੂੰ ਉਹਨਾਂ ਦਾ ਨਾਂ ਤਾਂ ਚਾਹੇ ਉਹ TV ਦੀ ਇੰਟਰਵਿਊ 'ਚ ਪ੍ਰਾਇਓਰਿਟੀ ਮਿਲਦੀ ਆ, ਚਾਹੇ ਉਹਨਾਂ ਨੂੰ ਕਿਸੇ ਵੀ ਫੰਡਾਂ 'ਚ, ਸਕੀਮਾਂ 'ਚ, ਜਿਹੜੇ ਉਹ ਮਹਿਕਮੇ ਰਹੇ ਆ ਉਹਨਾਂ ਦੇ ਕੋਲ ਆਪਣੇ ਕੁਦਰਤੀ ਗੱਲ ਆ, ਉਹਨਾਂ ਨੇ ਡਿਵੈਲਪਮੈਂਟ ਸਾਰੇ ਪਾਸੇ ਕੀਤੀ ਹੈ। ਤੇ ਇੱਕ ਮੰਤਰੀ ਦੇ ਚਿਹਰੇ ਜਿਹੜੇ ਨੇ, ਉਹਨਾਂ ਨੂੰ ਜਾਣਦਾ ਵੀ ਪੰਜਾਬ 'ਚ ਸਾਰਿਆਂ ਕਿਤੇ ਜਾਣ ਲੱਗ ਜਾਂਦਾ। ਇੱਕ MLA ਤਾਂ ਆਪਣੀ ਇੱਕ ਵਿਧਾਨ ਸਭਾ ਦਾ ਹੁੰਦਾ, ਇੱਕ MP ਆਪਣੀ ਪਾਰਲੀਮੈਂਟ ਹਲਕੇ ਦਾ ਹੁੰਦਾ, ਮੰਤਰੀ ਪੰਜਾਬ ਦਾ ਹੁੰਦਾ। ਇਸ ਕਰਕੇ ਉਹ ਕਿਤੇ ਵੀ ਇਲੈਕਸ਼ਨਾਂ ਜਾ ਕੇ, ਜਿੱਥੇ ਵੀ ਸੀਟਾਂ ਇਹਨਾਂ ਦੀਆਂ ਲੱਗਦਾ ਵੀ ਆ ਮਜ਼ਬੂਤ ਆਦਮੀ ਆ, ਕਿਉਂਕਿ ਸਰਵੇ ਸਾਰੇ ਨੇ। ਹੁਣ ਪਤਾ ਲੱਗ ਰਿਹਾ ਵੀ ਜਿੱਥੇ ਕੋਈ ਅਕਾਲੀ ਦਲ ਦੀ ਸੀਟ ਆ ਤਕੜੀ, ਉੱਥੇ ਅਕਾਲੀ ਦਲ ਦੇ ਜ਼ਰੂਰੀ ਥੋੜੀ ਆ ਕੋਈ ਗਾਉਣ ਵਾਲਾ ਜਾਂ ਕੋਈ ਫਿਲਮ ਵਾਲਾ ਹੀ ਲੈ ਕੇ ਆਉਣਾ। ਆਪਣੇ ਬੰਦੇ ਤਾਂ ਤਕੜੇ ਨੇ ਪਾਰਟੀ। ਜੋ ਸਿੱਧੂ ਅੰਮ੍ਰਿਤਸਰ ਹੀ ਲੜਨਗੇ ਜਾਂ ਤੁਹਾਨੂੰ ਲੱਗਦਾ ਕਿ ਕਿਤੇ? ਉਹਨਾਂ ਨੇ ਤਾਂ ਕਲੀਅਰ ਕੀਤਾ ਬਹੁਤ ਵਾਰ, ਉਹ ਤਾਂ ਸੌਖੀ ਸੀਟ ਤੇ ਹੀ ਲੜਨਗੇ। ਔਰ ਰਵਨੀਤ ਬਿੱਟੂ ਲੜ ਰਹੇ? ਰਵਨੀਤ ਬਿੱਟੂ ਪਟਿਆਲਾ, ਲੰਬੀ, ਜਲਾਲਾਬਾਦ। ਮੈਂ ਤਾਂ ਦੇਖੋ ਜੀ, ਹੁਣ ਜਿੰਨਾ ਕੁ ਮੈਂ ਦੇ ਸਕਦਾ ਸੀ ਆਪਣਾ, ਉਨਾ ਕੁ ਮੈਂ ਪਿਛਲੀ ਵਾਰ ਲੜ ਕੇ ਦੇ ਲਿਆ ਸੀ। ਤੇ ਮੈਂ ਹੁਣ ਹਰ ਵਾਰ ਥੋੜੀ ਆਪਣੇ ਆਪ ਨੂੰ ਇਸੇ ਕੰਮ ਲਈ ਰੱਖਿਆ। ਮੈਂ ਲੁਧਿਆਣੇ ਆਪਣੀਆਂ ਸੀਟਾਂ ਜਿਹੜੀਆਂ ਉਹ ਦੇਖੂੰਗਾ।
ਸਿੱਧੂ ਮੂਸੇਵਾਲਾ ਦਾ ਬੜਾ ਵਿਰੋਧ ਹੋ ਰਿਹਾ। 5 ਸਾਲ ਬਣੇ ਨੇ, ਮੈਂ ਤਾਂ ਬਾਰ-ਬਾਰ ਇਹ ਕਿਹਾ ਵੀ ਅਸੀਂ ਤਾਂ ਲੜੇ ਤੇ ਸਿਪਾਹੀ ਰਹੇ, ਜਿਹੜੇ ਸਿਪਾਹੀਆਂ ਤੋਂ ਜਰਨੈਲ ਬਣੇ ਨੇ ਉਹ ਜਰਨੈਲ ਇਸ ਵਾਰ ਮੂਰੇ ਹੋ ਕੇ ਲੜਨਾ। ਅਸੀਂ ਤਾਂ ਸਿਪਾਹੀ ਸੀ ਪਿਛਲੀ ਵਾਰ ਵੀ, ਸਿਪਾਹੀਆਂ ਨੂੰ ਅੱਗੇ ਭੇਜਤਾ, ਪਰ ਇਸ ਵਾਰ ਸਿਪਾਹੀ ਤਾਂ ਜੇ ਭੇਜੋਗੇ ਉਹਦਾ ਕੋਈ ਫਾਇਦਾ ਨਹੀਂ, ਜਰਨੈਲ ਅੱਗੇ ਜਾਣ ਇਸ ਵਾਰ, ਜਿਹੜੇ ਜਰਨੈਲ ਰਹੇ ਨੇ ਕਾਂਗਰਸ ਪਾਰਟੀ। ਸਿੱਧੂ ਮੂਸੇਵਾਲਾ ਜਿਹੜਾ ਵਾ ਉਹ ਆ ਗਿਆ, ਬਹੁਤ ਵਿਰੋਧ ਹੋ ਰਿਹਾ ਮਾਨਸੇ ਦੇ ਵਿੱਚ। ਸਿੱਧੂ ਮੂਸੇਵਾਲਾ ਕਹਿ ਰਿਹਾ ਜੇ ਮੈਨੂੰ ਕਾਂਗਰਸ ਨੇ ਟਿਕਟ ਨਾ ਦਿੱਤੀ ਮੈਂ ਆਜ਼ਾਦ ਲੜੂੰਗਾ। ਦੇਖੋ ਇਹ ਕਈ ਵਾਰ ਨਾ ਬਹੁਤ, ਇਸ ਵੇਲੇ ਮੌਕਾ ਨਹੀਂ, ਅੱਜ ਇਲੈਕਸ਼ਨ ਕੋਡ ਲੱਗ ਗਿਆ, ਪਰ ਸਿੱਧੂ ਮੂਸੇਵਾਲੀ ਹੁਣੀ ਬਹੁਤ ਇੱਕ ਵੱਡਾ ਦੇਸ਼ ਦੁਨੀਆ 'ਚ ਨਾਮ ਆ, ਮਾਸ ਫੋਲੋਇੰਗ ਇਹਨਾਂ ਦੀ। ਇਹ ਕਈ ਵਾਰ ਹਜੇ ਟਿਕਟ ਤਾਂ ਸਿੱਧੂ ਸਾਹਿਬ ਦਾ ਕਿਸੇ ਨੇ ਅਨਾਉਂਸ ਹੀ ਨਹੀਂ ਕੀਤਾ ਸੀ, ਨਾ ਹੀ ਕਿਸੇ ਨੇ ਐਸੀ ਕੋਈ ਗੱਲ ਕੀਤੀ। ਜਦੋਂ ਅਨਾਉਂਸ ਹੋਊਗਾ ਤਦ ਉਹਨਾਂ ਦਾ ਕੋਈ ਵਿਰੋਧ ਕਰੇ, ਕੁਛ ਕਰੇ, ਹਜੇ ਤਾਂ ਕੋਈ ਗੱਲ ਹੀ ਨਹੀਂ ਹੋਈ। ਇੱਕ ਪੰਜਾਬ ਦਾ ਉਹ ਨਾਂ ਉਹਨਾਂ ਨੇ ਆਪਣਾ ਬਣਾਇਆ ਏ। ਜੇ ਟਿਕਟ ਕਿਸੇ ਨੇ ਹਜੇ ਮਤਲਬ ਟਿਕਟ ਉਰੇ ਤੁਹਾਨੂੰ ਮੈਂ ਜਿਵੇਂ ਦੱਸਿਆ ਕਾਂਗਰਸ ਦੀ ਕਿਸੇ ਹੱਥ 'ਚ ਹੀ ਨਹੀਂ ਹੈਗੀ, ਟਿਕਟ ਤਾਂ ਦਿੱਲੀੋਂ ਜਾ ਕੇ ਮਿਲਣੀ ਆ ਹਜੇ। ਤੇ ਇਸੇ ਤਰੀਕੇ ਹਜੇ ਮੈਂ ਸਮਝਦਾ ਇੰਨਾ ਉਹਨੇ ਉਸ ਮਿਹਨਤ ਕਰਕੇ, ਉਹਨਾਂ ਦੇ ਵੀ ਮਾਤਾ ਜੀ ਇੱਕ ਸਰਪੰਚ ਨੇ, ਕਾਂਗਰਸ ਪਾਰਟੀ ਦੇ ਸਰਪੰਚ ਨੇ, ਤੇ ਕਾਂਗਰਸ ਪਾਰਟੀ ਦਾ ਉਹ ਵੀ ਪੁਰਾਣਾ ਪਰਿਵਾਰ ਆ, ਸਰਪੰਚੀ ਤੋਂ ਉਹਨਾਂ ਨੇ ਸ਼ੁਰੂ ਕੀਤਾ। ਤੇ ਇਸ ਕਰਕੇ ਮੈਂ ਟਿਕਟ ਦੀ ਗੱਲ ਨਹੀਂ ਕਰਦਾ ਕਿਹਨੂੰ ਮਿਲੇ ਨਾ ਕਿ ਮਿਲੇ, ਪਰ ਇਸ ਨਾਤੇ ਕਿਉਂਕਿ ਇੱਕ ਕਾਂਗਰਸੀ ਆ, ਇਹ ਗਾਉਣ ਕਰਕੇ ਨਹੀਂ, ਮੈਂ ਕਿਹਾ ਉਹਨਾਂ ਦੀ ਮਾਤਾ ਜੀ ਸਰਪੰਚ ਅੱਜ ਪਿੰਡ ਦੀ, ਤਾਂ ਥੋੜਾ ਜਿਹਾ ਮਤਲਬ ਜੇ ਕਿਸੇ ਨੂੰ ਨਹੀਂ ਉਦੋਂ ਬਾਅਦ ਪਸੰਦ ਆ ਉਹ ਵਿਰੋਧ ਹੋ ਜਾਣਾ ਚਾਹੀਦਾ, ਜਾਂ ਪਾਰਟੀ ਗੱਲ ਉਹਨਾਂ ਦੀ ਕਰ ਲੈਣੀ ਚਾਹੀਦੀ, ਉਹ 'ਚ ਕੋਈ ਸ਼ੱਕ ਨਹੀਂ। ਪਰ ਅੱਜ ਮੈਂ ਸਮਝਦਾ ਕਿਤੇ ਨਾ ਕਿਤੇ ਜੁਆਇਨ ਕਰਾ ਕੇ ਬਾਅਦ 'ਚ ਹਜੇ ਤਾਂ ਕੁਝ ਦਿੱਤਾ ਹੀ ਨਹੀਂ ਆਪਾਂ, ਉਹ ਥੋੜਾ ਜਿਹਾ ਜ਼ਰੂਰ ਦੁੱਖ ਲੱਗਿਆ ਹੈ ਵੀ ਐਡਾ ਵੱਡਾ ਨਾਮਵਰ ਨਾਂ ਆ ਤੇ ਉਹਨੂੰ ਆਪਾਂ ਛੋਟਾ ਕਰਤਾ। ਤੇ ਇਸ ਕਰਕੇ ਮੈਂ ਜੇ ਆਪਣੀ ਨਿੱਜੀ ਗੱਲ ਕਰਾਂ ਤਾਂ ਮੈਨੂੰ ਜ਼ਰੂਰ ਇਹ ਥੋੜਾ ਇਸ ਗੱਲ ਤੇ ਜ਼ਰੂਰ ਬੁਰਾ ਲੱਗਿਆ ਏ, ਤੇ ਪਾਰਟੀ ਨੂੰ ਵੀ ਕਿਸੇ ਹੋਰ ਢੰਗ ਤਰੀਕੇ ਨਾਲ ਫਿਰ ਉਹਨਾਂ ਦੀ ਜੁਆਇਨਿੰਗ ਕਰਾਉਣੀ ਚਾਹੀਦੀ ਸੀ, ਜਾਂ ਟਿਕਟ ਦੇਣੀ ਸੀ ਤਾਂ ਫਿਰ ਸਿੱਧੀ ਮੌਕੇ 'ਤੇ ਟਿਕਟ ਲਿਆ ਕੇ ਦਿੰਦੇ। ਇਸ ਕਰਕੇ ਇਹ ਸੈਲੀਬ੍ਰਿਟੀ ਹੁੰਦੇ ਨੇ, ਤੇ ਇਸ ਕਰਕੇ ਇਹਨਾਂ ਦਾ ਅਲੱਗ ਤਰੀਕੇ ਦਾ ਲਾਭ ਪਾਰਟੀਆਂ ਨੇ ਲੈਣਾ ਹੁੰਦਾ ਹੈ, ਅਲੱਗ ਤਰੀਕੇ ਦਾ ਇਹਨਾਂ ਨੇ ਦੁਨੀਆ ਦੇਖੋ। ਆਖਰ ਇੱਕ ਚੀਜ਼ ਹੋਰ ਆ, 2017 ਚ ਕੈਪਟਨ ਦੇ ਚਿਹਰੇ ਨਾਲ ਇਲੈਕਸ਼ਨ ਲੜੇ ਸੀ, ਇਸ ਵਾਰ ਚਿਹਰਾ ਹੈ ਨਹੀਂ ਕੋਈ। ਤੁਹਾਨੂੰ ਲੱਗਦਾ ਹੈ ਕਿ ਸੀਐਮ ਚਿਹਰਾ ਨਾ ਅਨਾਉਂਸ ਕਰਕੇ ਕਾਂਗਰਸ ਨੁਕਸਾਨ ਕਰੇਗੀ, ਜਾਂ ਤੁਹਾਨੂੰ ਲੱਗਦਾ ਹੈ ਕਿ ਸੀਐਮ ਚਿਹਰਾ, ਕਿਉਂਕਿ ਨਵਜੋਤ ਸਿੱਧੂ ਵੀ ਕਹਿ ਰਹੇ, ਕਹਿੰਦੇ ਪਤਾ ਤਾਂ ਲੱਗੇ ਲਾੜਾ ਕੌਣ ਹੈ। ਪੰਕਜ ਮੈਂ ਸਪਸ਼ਟ ਦੱਸ ਦਿੰਦਾ ਇਸ ਗੱਲ ਦਾ ਵੀ, ਚਲੋ ਸਿੱਧੂ ਸਾਹਿਬ ਚਾਹੇ ਮੈਂ ਹੋਵਾਂ ਕੋਈ ਹੋਵੇ, ਤੁਹਾਨੂੰ ਯਾਦ ਹੋਣਾ ਕੈਪਟਨ ਇਹ ਉਦੋਂ ਕੋ ਪਹਿਲਾਂ ਪ੍ਰਥਾ ਨਹੀਂ ਸੀ, ਜਿੰਨੇ ਵੀ ਐਮਐਲਏ ਸੀ 117 ਹਲਕਿਆਂ 'ਚ ਜਿੰਨੇ ਵੀ ਸੀ, ਜਿੰਨੇ ਵੀ ਹਲਕਾ ਇੰਚਾਰਜ, ਜ਼ਿਲ੍ਹਾ ਪ੍ਰਧਾਨ ਸੀ, ਜਿੰਨੇ ਵੀ ਐਮਪੀ ਸੀ, ਹਰ ਨੇ ਮੈਂ ਕਹਿੰਦਾ ਦਿੱਲੀ ਘਸਾਤੀ ਜਾ ਕਿਉਂਕਿ ਉਦੋਂ ਤੁਹਾਨੂੰ ਪਤਾ ਵੀ 10 ਸਾਲ ਤੋਂ ਅਕਾਲੀ ਦਲ ਬੈਠਾ ਸੀ, ਆਮ ਆਦਮੀ ਨਵੀਂ ਆਈ ਸੀ। ਹਰੇਕ ਨੂੰ ਇਹ ਸੀ ਵੀ ਜੇ 10 ਸਾਲ ਬਾਅਦ ਇਸ ਵਾਰ ਵੀ ਇਲੈਕਸ਼ਨ ਹਾਰ ਗਏ, 15 ਸਾਲ ਬਾਅਦ ਪਾਰਟੀ ਦਾ ਬਣੂ ਕੀ, ਤੇ ਸਾਰਿਆਂ ਨੇ ਦਿੱਲੀ ਵਾਲਿਆਂ ਦੀ ਬੱਸ ਕਰਵਾਤੀ। ਇਸ ਗੱਲ 'ਚ ਵੀ ਅਨਾਉਂਸ ਕਰੋ ਕੈਪਟਨ ਅਮਰਿੰਦਰ ਸਿੰਘ ਨੂੰ, ਅਨਾਉਂਸ ਕਰੋ ਕੈਪਟਨ ਅਮਰਿੰਦਰ ਸਿੰਘ ਸੀਐਮ, ਤੇ ਅਨਾਉਂਸ ਇਸ ਵਾਰ ਵੀ, ਇਸ ਵਾਰ ਸਾਰੇ 117 ਦੇ 17 ਜਾਂ ਜ਼ਿਲ੍ਹੇ ਪ੍ਰਧਾਨ ਐਮਪੀ ਸਾਰੇ ਇਕੱਠੇ ਹੋ, ਕਿਸੇ ਦਾ ਨਾਂ ਹਾਈ ਕਮਾਂਡ ਨੂੰ ਲੈ ਲਓ, ਹਾਈ ਕਮਾਂਡ ਨੇ ਇਸ ਗੱਲ 'ਚ ਕੀ ਕੱਢਣਾ ਪਾਉਣਾ ਹੈ, ਸਾਰੇ ਇਕੱਠੇ ਹੋ ਕੇ ਜਿਹਦਾ ਨਾਂ ਲੈਣਗੇ ਉਹਨੂੰ ਕਰ ਦੇਣਗੇ ਉਹ ਸੀਐਮ ਕੈਂਡੀਡੇਟ ਡਿਕਲੇਅਰ ਵੀ। ਤੁਹਾਨੂੰ ਲੱਗਦਾ ਸੀਐਮ ਚਿਹਰੇ ਨਾਲ ਜਾਣਾ ਚਾਹੀਦਾ? ਮੈਂ ਤੁਹਾਡੇ ਉਸ ਗੱਲ ਤੇ ਆਓ, ਜੇ ਕੋਈ ਅੱਜ ਅੱਧੇ ਕਹਿ ਰਹੇ ਆ ਵੀ ਚੰਨੀ ਸਾਹਿਬ ਚੰਗੇ, ਅੱਧੇ ਕਹਿ ਰਹੇ ਸਿੱਧੂ ਸਾਹਿਬ ਚੰਗੇ, ਅੱਧੇ ਕਹਿ ਰਹੇ ਜਾਖੜ ਸਾਹਿਬ ਚੰਗੇ ਆ, ਜਾਂ ਹੋਰ ਕੋਈ ਗੱਲ, ਉਦੋਂ ਗੱਲ ਇੱਕ ਸੁਰ ਦੇ ਵਿੱਚ ਇੱਕ ਸੀ ਵੀ ਕੈਪਟਨ ਅਮਰਿੰਦਰ ਸਿੰਘ ਜੀ, ਅੱਜ ਵੀ ਪੁੱਛ ਲਓ ਜਿਹੜੇ ਮੰਤਰੀ ਨੇ, ਅੱਜ ਵੀ ਐਮਐਲਏ ਨੂੰ ਪੁੱਛ ਲਓ ਵੀ ਕਿਹਾ ਸੀ ਕਿ ਨਹੀਂ। ਅੱਜ ਜੇ ਸਾਰੇ ਇਕੱਠੇ ਹੋ ਕੇ ਇੱਕ ਆਵਾਜ਼ 'ਚ ਜਾ ਕੇ ਗੱਲ ਕਰਨਗੇ, ਇੱਥੇ ਹਰੀਸ਼ ਚੌਧਰੀ ਇੱਥੇ ਹੀ ਬੈਠੇ ਆ, ਉਹਨਾਂ ਨੂੰ ਕਹਿ ਦੇਣ ਸਾਰੇ ਇਕੱਠੇ ਹੋ ਕੇ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਆ ਵੀ ਆਹ ਬੰਦੇ ਦਾ ਭਾਈ ਚਿਹਰਾ ਇਹ ਅਨਾਉਂਸ ਕਰੋ, ਅਸੀਂ ਇਲੈਕਸ਼ਨ ਇਹਦੇ ਚਿਹਰੇ ਤੇ ਨਾਲ ਲੜਨਾ ਚਾਹਾਂਗੇ। ਗੱਲ ਵਿੱਚ ਵਿਚਾਲੇ ਨਹੀਂ ਕਰ ਰਵਨੀਤ ਬਿੱਟੂ ਦੀ ਕੀ ਰਾਏ ਹੈ ਕਿ ਤੁਹਾਨੂੰ ਕੀ ਲੱਗਦਾ ਕਿ ਇਸ ਨੂੰ ਚਿਹਰਾ ਬਣਾਉਣਾ ਚਾਹੀਦਾ? ਤੁਹਾਨੂੰ ਲੱਗਦਾ ਹੈ, ਤੁਹਾਡਾ ਆਪਣਾ ਤਜਰਬਾ, ਤੁਹਾਡਾ ਸਿਆਸਤ ਦਾ ਬਹੁਤ ਲੰਬਾ ਤਜਰਬਾ, ਪੂਰਾ ਪਰਿਵਾਰ ਸਿਆਸਤ 'ਚ, ਕੀ ਨਵਜੋਤ ਸਿੱਧੂ ਨੂੰ ਚਿਹਰਾ ਬਣਾਉਣਾ ਚਾਹੀਦਾ ਹੈ, ਕੀ ਚਰਨਜੀਤ ਸਿੰਘ ਚੰਨੀ ਨੂੰ ਚਿਹਰਾ ਬਣਾਉਣਾ ਚਾਹੀਦਾ? ਅੱਜ ਨਹੀਂ ਹੋ ਸਕਦਾ ਇਹ ਫੈਸਲਾ, ਐਵੇਂ ਮੈਂ ਤੁਹਾਨੂੰ ਝੂਠ ਕਵਾਂ ਅੱਜ, ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਸਾਰੇ ਇੱਕ ਸੁਰ 'ਚ ਇਸ ਗੱਲ ਤੇ ਨਹੀਂ ਗਏ। ਅੱਜ ਤਾਂ ਐਮਐਲਏ ਬਣ ਕੇ ਆਉਣਗੇ, ਸੀਐਲਪੀ 'ਚ ਬੈਠਣਗੇ, ਸੀਐਲਪੀ ਜਿਹੜੇ ਦੇ ਵੀ ਨਾਂ ਲਏਗੀ ਉਹ ਮੁੱਖ ਮੰਤਰੀ ਬਣ ਜਾਏਗਾ। ਤੁਹਾਡੀ ਪਸੰਦ ਕੀ ਹੈ? ਤੁਹਾਡੀ ਕੋਈ ਆਪਣੀ ਪਸੰਦ ਹੋਈ? ਮੇਰੀ ਪਸੰਦ ਨਾ ਪਸੰਦ ਦਾ ਤਾਂ ਕੋਈ ਮਤਲਬ ਹੀ ਨਹੀਂ। ਮੈਂ ਤਾਂ ਇਹ ਗੱਲ ਤੁਹਾਨੂੰ ਦੱਸਤੀ ਵੀ ਪਾਰਟੀ 'ਚ ਬਹਿ ਕੇ ਜਿੱਥੇ ਵੀ ਗੱਲ ਹੁੰਦੀ ਆ, ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਇੱਕੋ ਹੀ ਨਾਂ ਆਉਂਦਾ ਸੀ ਕੈਪਟਨ ਅਮਰਿੰਦਰ ਸਿੰਘ ਦਾ, ਕੋਈ ਨਾਂ ਹੀ ਨਹੀਂ ਸੀ ਹੋਰ, ਕਿਉਂਕਿ ਉਹ ਲਗਾਤਾਰ ਪਾਰਟੀ ਦੇ ਪ੍ਰਧਾਨ ਚੱਲੇ ਆ ਰਹੇ ਸੀ। ਹੁਣ ਉਹਨਾਂ ਤੋਂ ਬਾਅਦ ਸਾਰਾ ਹੀ ਇੱਕ ਸੈਟਅਪ ਨਵਾਂ ਹੈ, ਇੱਕਦਮ ਗੱਲ ਜਿਹੜੀ ਆ ਉਹ ਨਹੀਂ ਬਣ ਸਕਦੀ। ਹੁਣ ਤੁਸੀਂ ਪਾਰਟੀ ਦਾ ਆਉਣ ਵਾਲੇ ਦਿਨਾਂ 'ਚ ਦੇਖੋਗੇ ਜਿਹੜਾ ਵੀ ਡਿਜ਼ਾਈਨ ਆਏਗਾ ਪਾਰਟੀ
ਤਿੰਨੋਂ ਚੇਅਰ ਬਣਾਏ ਆ, ਚੰਨੀ ਸਾਹਿਬ ਬਣਾਏ ਆ, ਜਾਖੜ ਸਾਹਿਬ ਬਣਾਇਆ ਤੇ ਸਿੱਧੂ ਸਾਹਿਬ ਜੱਟ ਬਣਾਇਆ। ਸਾਹਿਬ ਤਾਂ ਵਿਦੇਸ਼ ਘੁੰਮਣ ਚਲੇ ਗਏ। ਨਾ ਦੇਖੋ, ਤੁਸੀਂ ਬਹੁਤ ਉਹਨਾਂ ਦੀ ਇੰਟਰਵਿਊ ਮੈਂ ਕਰਦੇ ਰਹੇ ਹੋ, ਇੱਕ ਵਾਰ ਕਈ ਵਾਰ ਮੈਂ ਮੀਡੀਆ ਤੇ ਨਹੀਂ ਗੱਲ ਕਰਦਾ ਇਹ ਕੋਈ, ਪਰ ਥੋੜ੍ਹਾ ਜਿਹਾ ਪਤਾ ਲੈ ਲੈਣਾ ਚਾਹੀਦਾ ਪੁੱਛੇ ਡੰਗਿਆਈ ਕੀ ਆ। ਜਾਖੜ ਸਾਹਿਬ, ਮੈਂ ਕਿਉਂਕਿ ਦੱਸਣਾ ਨਹੀਂ ਚਾਹੁੰਦਾ ਇਹ ਗੱਲ, ਬਹੁਤ ਕੋਈ ਵੱਡੀ ਪ੍ਰੋਬਲਮ ਜਿਹੜੀ ਸੀਰੀਅਸ ਪ੍ਰੋਬਲਮ ਆ ਉਹਨਾਂ ਦੇ ਫੈਮਿਲੀ 'ਚ, ਜਿਨ੍ਹਾਂ ਕਰਕੇ ਉਹਨਾਂ ਨੂੰ ਇੱਕਦਮ ਜਾਣਾ ਪਿਆ ਆਪਣੇ ਵਾਈਫ ਕੋਲ ਜਰਮਨੀ। ਬਹੁਤ ਤੁਹਾਨੂੰ ਪਤਾ ਲੱਗ ਜਾਊਗਾ, ਬਹੁਤ ਇਹ ਮੈਂ ਕਈਆਂ ਦੇ ਸੁਣ ਰਿਹਾ, ਚਲੇ ਗਏ ਜੀ, ਉਹ ਵਿਦੇਸ਼ ਚਲੇ ਗਏ ਜੀ, ਆਹ ਚਲੇ ਗਏ ਜੀ। ਕੋਈ ਬਹੁਤ ਸੀਰੀਅਸ ਪ੍ਰੋਬਲਮ ਆ ਜਿਹੜੀ ਕਿ ਤੁਸੀਂ ਆਪ ਉਹਦੀ ਛਾਣਬੀਣ ਕਰ ਲਓਗੇ, ਜਿਹਦੇ ਕਰਕੇ ਉਹ ਗਏ ਆ। ਬਹੁਤ ਮਤਲਬ ਔਖੀ ਘੜੀ ਆ ਜਿਹਦੇ ਕਰਕੇ ਉਹਨਾਂ ਨੂੰ ਜਾਣਾ ਪਿਆ। ਇੱਕ ਹੋਰ ਕਿਸਾਨ ਖੜੇ ਹੋ ਗਏ, 22 ਕਿਸਾਨ ਜਥੇਬੰਦੀਆਂ ਖੜੇ ਹੋ ਗਏ, 22 ਕਿਸਾਨ ਜਥੇਬੰਦੀਆਂ ਖੜੀਆਂ ਹੋ ਗਈਆਂ। ਬਿਲਕੁਲ ਗਲਤ ਕਹਿ ਰਹੇ। ਕਿਸਾਨ ਖੜੇ ਹੋ ਗਏ, ਕਿਸਾਨ ਤਾਂ ਸਾਰੇ ਹੀ ਆ। ਕਿਸਾਨ ਦੇ ਜਿਹੜੇ ਲੀਡਰ ਸੀਗੇ, ਨਕਲੀ ਲੀਡਰ ਕਿਸਾਨਾਂ ਦੇ ਸੋ ਕਾਲਡ, ਉਹ ਖੜੇ ਹੋ ਗਏ, ਜਿਨ੍ਹਾਂ ਦੇ ਅੰਦਰੋਂ ਮੈਂ ਪਹਿਲੇ ਦਿਨ ਤੁਹਾਡੀ ਯਾਦ ਕਰੋ ਤੁਸੀਂ, ਜਦੋਂ ਦਿੱਲੀ ਰਾਤ ਨੂੰ ਉੱਥੇ ਕਵਰ ਕਰਦੇ ਸੀ ਆ ਕੇ, ਕਿਹਾ ਸੀ ਕਿ ਸਿਆਸੀ ਫਾਇਦਾ ਲੈਣਾ ਚਾਹੁੰਦੇ, ਚੋਣਾਂ ਲੜਨਗੇ। ਉਹ ਕਿਸਾਨ ਮਜ਼ਦੂਰ ਸੀ ਜਿਹੜੇ ਆਪਣੀ ਜ਼ਮੀਨ ਆਪਣੇ ਅਗਲੀ ਪੀੜ੍ਹੀਆਂ ਪਿੱਛੇ ਉੱਥੇ ਬੈਠੇ ਸੀ। ਇਹ ਮੈਂ ਤੁਹਾਨੂੰ ਪਹਿਲੇ ਦਿਨ ਲੱਭਿਆ ਜਿੱਦਣ ਦਾ ਇਹਨਾਂ ਨੇ ਪਾਰਟੀ ਉਹ ਫੱਟਾ ਜਿਹਾ ਪਿੱਛੋਂ ਖੜਾ ਕੀਤਾ ਹੈ, ਹਵਾ ਨਾਲ ਉਹ ਫੇਰ ਮੂਧਾ ਡਿੱਗ ਪਿਆ। ਇਹ ਤਾਂ ਲੱਭਣੇ ਕਿਤੇ ਨਹੀਂ ਗਏ ਯਾਰ। ਇਹ ਤਾਂ ਚੱਲੇ, ਮੈਂ ਹੁਣ ਕੀ ਕਹਾਂ, ਚੱਲਿਆ ਕਾਰਤੂਸ ਵੀ ਫੇਰ ਅਗਲਾ ਕੋਸ਼ਿਸ਼ ਕਰਦਾ। ਦੇਖੋ ਇਹ ਤਾਂ ਚੱਲਣ ਤੋਂ ਬਾਅਦ ਜਿਹੜਾ ਖੋਲ ਜਿਹੜਾ ਕਿਸੇ ਵਿੱਚ ਦੁਬਾਰਾ ਬਰੂਦ ਭਰਿਆ ਹੀ ਨਹੀਂ ਜਾ ਸਕਦਾ, ਉਹ ਨੇ ਇਹ ਜਿਹੜਾ ਕੀ ਨਾਂ ਲੈਂਦੇ ਹੋ ਆਹ ਰਾਜੇਵਾਲ ਲੈਂਡਸ ਨੇ। ਤੁਹਾਨੂੰ ਲੱਗਦਾ ਕਿ ਜਿੱਤਣਗੇ ਨਹੀਂ? ਤੁਸੀਂ ਕਹਿ ਰਹੇ ਹੋ ਜਿੱਤਣਗੇ, ਛੱਡੋ ਇਹਨਾਂ ਕੋਲ ਯਾਰ ਹੱਦ ਹੋ ਗਈ। ਜਿੱਦਣ ਦੀ ਪਾਰਟੀ ਅਨਾਉਂਸ ਕੀਤੀ, ਲੱਭੇ ਆ ਕਿਤੇ? ਇਹ ਤਾਂ ਲੱਭੇ ਨਹੀਂ, ਮੂੰਹ ਲਗਾਉਂਦੇ ਫਿਰਦੇ ਆ ਵੀ ਯਾਰ ਕਿੱਥੇ ਜਾਈਏ ਕਿੱਥੇ ਨਾ ਜਾਈਏ। ਤੇ ਇਹ ਇਹਨਾਂ ਦੇ ਸ਼ੈਲਰਾਂ ਵਾਲੇ, ਇਹ ਸਭ ਤੋਂ ਵੱਡੇ ਜਿਹੜੇ ਨੇ ਇਹ ਆੜਤੀਏ ਨੇ, ਇਹ ਕੀ ਗੱਲਾਂ ਕਰਦੇ ਸੀ? ਉਹ ਲੋਕ ਆਪਣੇ ਔਲਾਦਾਂ ਬੱਚਿਆਂ ਖਾਤਰ, ਉਹ ਮਾਵਾਂ ਭੈਣਾਂ ਜਿਹੜੀਆਂ ਉੱਥੇ ਰਾਤਾਂ 'ਚ ਬੱਚਿਆਂ ਨੂੰ ਲੈ ਕੇ ਬੈਠੀਆਂ ਰਹੀਆਂ, ਉਹਦੀ ਹਾਲਤ ਆ ਪ੍ਰਧਾਨ ਮੰਤਰੀ ਨੂੰ ਲੱਗ ਗਈ। ਪ੍ਰਧਾਨ ਮੰਤਰੀ ਨੂੰ ਮੁੜਨਾ ਪੈ ਗਿਆ। ਇਸ ਕਰਕੇ ਇਹਨਾਂ ਨੂੰ ਕਿੱਥੇ ਲੱਗੂਗੀ? ਕਹਿੰਦੇ ਰਵਾਇਤੀ ਪਾਰਟੀਆਂ ਤੋਂ ਭਰੋਸਾ ਉੱਠ ਗਿਆ, ਇਸ ਕਰਕੇ ਅਸੀਂ ਹਰੇਕ ਵਰਗ ਦਾ ਸੋਚਾਂਗੇ, ਕਿਸਾਨੀ ਨੂੰ ਫਾਇਦਾ ਪਹੁੰਚਾਵਾਂਗੇ, ਸਭ ਕੁਝ ਕਰਾਂਗੇ। ਗੱਲ ਕਰਦੇ ਹੋ ਜਿਨ੍ਹਾਂ ਦਾ ਕਿਤੇ ਇਲੈਕਸ਼ਨ ਤੋਂ ਬਾਅਦ, ਮੈਨੂੰ ਦੱਸ ਦਿਓ, ਉਹ ਅਨਾਉਂਸ ਕਰਨ ਤੋਂ ਬਾਅਦ, ਜਿੱਦਣ ਦੇ ਉਹਨਾਂ ਨੇ ਕਿਹਾ ਸਾਡੇ ਕੈਂਡੀਡੇਟ ਮੁੱਖ ਮੰਤਰੀ ਰਾਜੇਵਾਲ ਸਾਹਿਬ ਹੋਣਗੇ, ਇੱਕ ਕਿਤੇ ਉਹਨਾਂ ਦੇ ਹਾਰ ਪੈਂਦਾ ਦੇਖਿਆ? ਕਿਤੇ ਮੈਨੂੰ ਇੱਕ ਦਿਖਾ ਤਾਂ ਦਿਓ ਵੀ ਕਿਤੇ ਉਦੋਂ ਬਾਅਦ ਉਹਨਾਂ ਦੀ ਕੋਈ ਲੋਕਾਂ ਨਾਲ ਮਿਲਣੀ ਹੋਈ ਹੋਵੇ। ਨਹੀਂ, ਪਿੰਡਾਂ 'ਚ ਚਾਹ ਚੜ ਜਾਂਦਾ, ਖੁਸ਼ੀ ਚੜ ਜਾਂਦੀ। ਹਰ ਪਾਸਿਓਂ ਇਹ ਆ ਰਿਹਾ ਯੂਨੀਅਨਾਂ ਵੀ ਕਿਹੜਾ ਕੰਮ ਕਰ ਲਿਆ ਜੀ। SKM ਦਾ ਵੀ ਤੁਸੀਂ ਨੁਕਸਾਨ ਕਰਤਾ, ਜਿਹੜੀ ਦੁਬਾਰਾ 15 ਜਨਵਰੀ ਨੂੰ ਦੁਬਾਰਾ ਮੀਟਿੰਗ ਰੱਖੀ ਆ। ਅੱਜ ਭੁੱਲ ਗਏ ਰਾਜੇਵਾਲ ਸਾਹਿਬ, ਕਿੱਥੇ ਆ MSP ਦੀ ਗੱਲ? ਅੱਜ ਕਿੱਥੇ ਆ ਜਿਹੜੇ ਸਾਡੇ 4 ਬੱਚੇ, ਉਹ ਮੰਤਰੀ ਦਾ ਅੱਜ ਤੱਕ ਬੈਠੋ ਉੱਥੇ ਅਸਤੀਫਾ ਦਿਵਾਉਣ ਉਹਨੂੰ? ਹੁਣ ਕਿਉਂ ਨਹੀਂ ਬਹਿੰਦੇ ਤੁਸੀਂ? ਕਈ ਵਿੱਚੋਂ ਨੂੰ ਕਿਵੇਂ ਦੇਖਦੇ ਹੋ? ਤੁਹਾਡੇ ਤਾਂ ਬੜੇ ਕਰੀਬੀ ਮਿੱਤਰ ਨੇ, ਕਿਵੇਂ ਦੇਖਦੇ ਹੋ ਐਜ਼ ਏ CM ਫੇਸ ਉਹਨਾਂ ਨੂੰ? ਨਹੀਂ ਦੇਖੋ, CM ਤਾਂ ਕਾਂਗਰਸ ਦਾ ਬਣੇਗਾ, ਪਰ CM ਫੇਸ ਆਮ ਆਦਮੀ ਪਾਰਟੀ ਦਾ। ਤੇ ਆਮ ਆਦਮੀ ਪਾਰਟੀ ਤਾਂ ਹਜੇ ਜਦੋਂ ਡਿਕਲੇਅਰ ਕਰੇਗੀ ਦੱਸੇਗੀ। ਪਰ ਹਾਂ, ਭਗਵੰਤ ਮਾਨ ਜਿਹੜਾ, ਜੇ ਪਾਰਟੀ ਪੰਜਾਬ 'ਚ ਹੈਗੀ ਆ ਤੇ ਭਗਵੰਤ ਮਾਨ ਮਾਈਨਸ ਕਰ ਦੋ, ਪਾਰਟੀ ਹੈ ਨਹੀਂ ਗੀ। ਇਹ ਤਾਂ ਦੋ ਸ਼ਬਦਾਂ ਦੀ ਗੱਲ ਹੈ, ਸਿੱਧੀ, ਕਿਸੇ ਭੁਲੇਖੇ 'ਚ ਕੋਈ ਗੱਲ ਨਹੀਂ ਗੀ। ਤੇ ਇਸ ਕਰਕੇ ਕੇਜਰੀਵਾਲ ਤਾਂ ਉਹ ਦੱਸਿਆ ਹੀ ਚੰਨੀ ਸਾਹਿਬ ਨੇ ਵੀ ਉਹ ਤਾਂ ਭਾਈ ਇੱਕ ਬਿਮਾਰੀ ਆ, ਜੇ ਬਿਮਾਰੀ ਤੋਂ ਬਚਾਉਣਾ ਹੈ। ਮਤਲਬ ਇੰਨਾ ਝੂਠ। ਕੱਲ 12 ਕਾਲਜ ਨੇ, 12 ਉਹਨਾਂ ਦੇ ਕਾਲਜ ਨੇ, ਮੈਨੂੰ ਸਾਰੇ ਕੱਲ ਉਹਨਾਂ ਦੇ ਪ੍ਰੋਫੈਸਰਾਂ ਨੇ ਬੁਲਾਇਆ ਹੋਇਆ ਸੀ ਆਨਲਾਈਨ। ਸੈਂਕੜੇ ਪ੍ਰੋਫੈਸਰ ਸੀਗੇ ਤੇ ਨਾਨ ਟੀਚਿੰਗ ਸਟਾਫ ਵੀ ਸੀਗਾ। 6 ਮਹੀਨੇ ਹੋ ਗਏ, ਕਿਸੇ ਨੂੰ ਤਨਖਾਹ ਨਹੀਂ ਮਿਲੀ। ਉੱਥੇ ਕਮੈਂਟ ਉਹ ਆ ਰਹੇ ਸੀ, ਕੋਈ ਕਹਿੰਦਾ ਸੀ ਜੀ ਇੱਕ ਪ੍ਰੋਫੈਸਰ ਸ਼ਰਮ ਨਾਲ ਸਿਰ ਝੁਕ ਗਿਆ, ਉਹ ਦਿੱਲੀ ਦਾ ਰਾਜਧਾਨੀ ਦਾ, ਜਦੋਂ ਪ੍ਰੋਫੈਸਰ ਬੋਲੇ ਉੱਥੇ, ਕਹਿੰਦਾ ਜੀ ਮੈਨੂੰ ਡਰਾਈਵਰ ਰਖਾ ਦਿਓ। ਦੂਜੇ ਜਿਹੜੇ ਪ੍ਰੋਫੈਸਰਾਂ ਯੂਨੀਅਨ ਦੇ ਪ੍ਰਧਾਨ ਸੀ, ਉਹਨੇ ਕਿਹਾ ਵੀ ਮੈਨੂੰ ਕਿਤੇ ਡਰਾਈਵਰੀ ਰਖਾ ਦਿਓ। ਉਹਨਾਂ ਦੇ ਹਾਲ ਨੇ, ਮੈਂ ਤੁਹਾਨੂੰ ਮਿੰਟ ਸਾਰੇ ਮੀਟਿੰਗ ਦੇ ਜਿਹੜੇ, ਉਹ ਤਾਂ ਲਾਈਵ ਬੋਲ ਰਹੇ ਆ, ਕੋਈ ਇਹ ਤਾਂ ਹੈ ਨਹੀਂ ਮੈਂ ਆਪਣੇ ਕੋਲ ਬਣਾ ਰਿਹਾ। ਕਈ ਬੰਦੇ ਕਹਿ ਰਹੇ ਸੀ ਪ੍ਰੋਫੈਸਰ ਮੈਂ ਆਪਣੀ ਗੱਡੀ ਆ ਜਿਹੜੀ ਕਿਸ਼ਤਾਂ ਤੇ ਲਈ ਸੀ ਉਹ ਵੇਚਤੀ, ਉਹਦੇ ਨਾਲ ਗੁਜ਼ਾਰਾ ਕਰ ਰਹੇ ਆ। ਬਾਈ ਬਹੁਤ ਬਦਲਿਆ ਕਿਉਂਕਿ 17 ਚ ਤਾਂ ਸਿਰਫ ਕਾਂਗਰਸ, ਅਕਾਲੀ, BJP ਔਰ ਆਮ ਆਦਮੀ ਪਾਰਟੀ ਸੀ। ਇਸ ਵਾਰ BJP ਵੱਖਰੀ ਹੋ ਗਈ, ਅਕਾਲੀ ਦਲ ਵੱਖਰੀ ਹੈ, ਕਿਸਾਨ ਆ ਗਏ। ਤੁਹਾਨੂੰ ਲੱਗਦਾ ਹੈ ਕਿ ਵੱਡੇ ਚਿਹਰਿਆਂ ਦਾ ਇਸ ਵੇਲੇ ਖੇਡ ਵਿਗੜ ਸਕਦਾ? ਕਈ ਵੱਡੇ ਚਿਹਰੇ ਚਾਹੇ ਕਾਂਗਰਸ ਦੇ ਹੋਣ ਜਾਂ ਦੂਸਰੇ ਹੋਣ, ਨੁਕਸਾਨ ਹੋ ਸਕਦਾ। ਗੱਲ ਸਾਡੇ ਲਈ ਵੀ ਬਹੁਤ ਬਦਲੀ ਹੋਈ ਹੈ, ਚ ਕੋਈ ਸ਼ੱਕ ਨਹੀਂ। ਕਿਉਂ? ਪਿਛਲੀ ਵਾਰ ਤਾਂ ਸਿਰਫ ਇਲਜ਼ਾਮ ਸੀ ਤੇ ਵਾਅਦੇ ਸੀ। ਇਸ ਵਾਰ ਅਸੀਂ ਜਾਣਾ ਹੈ ਵੀ ਅਸੀਂ ਕੀਤਾ ਕੀ ਆ, ਸਮਝੇ ਨਾ? ਇਹ ਇਲੈਕਸ਼ਨ ਕਾਂਗਰਸ ਪਾਰਟੀ ਲਈ ਇਸ ਵਾਰ ਏਜੰਡਾ ਇਹ ਆ ਵੀ ਕਿਹੜੀ ਡਿਵੈਲਪਮੈਂਟ ਤੇ ਜਾਣਾ, ਕਿਹੜੇ ਪਿੰਡ 'ਚ ਕੀ ਕੀਤਾ ਹੈ, ਕੀ
ਜਿਹੜੇ ਵਾਅਦੇ ਆ ਕੀ ਪੂਰੇ ਕੀਤੇ, ਇਸ ਕਰਕੇ ਕੀ ਨਸ਼ੇ ਦਾ ਅੱਜ ਰੁਝਾਨ ਘਟਿਆ, ਇਹ ਸਾਰੀਆਂ ਗੱਲਾਂ ਤਾਂ ਬਹੁਤ ਨੁਕਸਾਨ ਹੋਏਗਾ ਇਹ ਚੀਜ਼ਾਂ ਦਾ ਜਦੋਂ ਲਗਾਤਾਰ ਕਿਹਾ ਜਾਂਦਾ ਪੌਣੇ 5 ਸਾਲ ਕੰਮ ਨਹੀਂ ਹੋਇਆ, ਪਿਛਲੇ 3 ਮਹੀਨਿਆਂ 'ਚ ਹੀ ਕੰਮ ਹੋਇਆ। ਨਹੀਂ ਇਹ ਤਾਂ ਨਹੀਂ ਮੈਂ ਕਹਿ ਸਕਦਾ, ਇਸ ਗੱਲ ਤੇ ਤਾਂ ਬਿਲਕੁਲ ਹੀ ਮੇਰਾ ਮਤਲਬ ਇਹਨਾਂ 'ਚ ਹੈ ਨਹੀਂ। ਜਦੋਂ ਵੀ ਅਸੀਂ ਕਿਹਾ ਇਹ ਤਾਂ 5 ਸਾਲ ਦੀ ਗੱਲ ਕਰਨੀ, MLA ਆ ਜਿਹੜਾ, ਤੁਸੀਂ ਕਿਸੇ ਵਿਧਾਨ ਸਭਾ ਹਲਕੇ ਚਲੇ ਜਾਓ, MLA ਲੜ ਰਿਹਾ 5 ਸਾਲ ਦੇ ਰਿਪੋਰਟ ਕਾਰਡ ਤੇ। ਜੇ ਕੁਲਬੀਰ ਜੀਰੇ ਦੇ ਹਲਕੇ 'ਚ ਸਕੂਲ ਬਣੇ ਆ, ਪੁਲ ਬਣੇ ਆ, ਸੜਕਾਂ ਬਣੀਆਂ, ਉਹ 3 ਮਹੀਨੇ 'ਚ ਕਿਵੇਂ ਬਣ ਗਈਆਂ? ਉਹ ਤਾਂ 5 ਮਹੀਨੇ 'ਚ ਹੀ ਬਣੀਆਂ। ਹਾਂ, ਮਜੀਠੀਏ ਤੇ ਪਰਚਾ ਹੋਇਆ ਜਿਹੜਾ, ਉਹ 3 ਮਹੀਨੇ 'ਚ ਹੋਇਆ। ਹਾਂ, ਜਿਹੜੇ ਵਾਅਦੇ ਰੇਤਾ ਸਸਤਾ ਹੋਇਆ ਉਹ 3 ਮਹੀਨੇ 'ਚ ਹੋਇਆ, ਜੇ ਪੈਟਰੋਲ ਡੀਜ਼ਲ ਸਸਤਾ ਹੋਇਆ 3 ਮਹੀਨੇ 'ਚ ਹੋਇਆ। ਇਹੋ ਜਿਹੀਆਂ ਗੱਲਾਂ ਹੈ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਡੈਂਟ ਪਾਣਗੇ, ਕਿਉਂਕਿ 2012 ਦੇ ਤੁਸੀਂ ਚੋਣਾਂ ਦੇਖੀਆਂ ਹੋਣੀਆਂ, 5000 2000 500 150 ਵੋਟਾਂ ਤੋਂ ਬਹੁਤ ਸਾਰੇ ਕੈਂਡੀਡੇਟ ਜਦੋਂ ਮਨਪ੍ਰੀਤ ਬਾਦਲ ਆਏ ਸੀਗੇ ਖੇਡ ਵਿਗਾੜਤਾ ਸੀ, ਸਰਕਾਰ ਤੋਂ ਬਾਹਰ ਹੋ ਗਏ ਸੀਗੇ, ਤੁਸੀਂ 2012 'ਚ ਸਰਕਾਰ ਨਹੀਂ ਬਣਾ ਸਕੇ। ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਵੀ ਉਹੀ ਚੀਜ਼ ਮਨਪ੍ਰੀਤ ਬਾਦਲ ਵਾਲੀ ਕਰ ਸਕਦੇ ਨੇ? ਤੇ ਮਨਪ੍ਰੀਤ ਸਿੰਘ ਅੱਜ ਬਾਦਲ ਕਿੱਥੇ ਨੇ? ਅੱਜ ਕਾਂਗਰਸ 'ਚ ਨੇ ਨਾ, ਨਹੀਂ ਲੱਭੀ ਨਾ ਜਗ੍ਹਾ ਕਿਤੇ, ਤੇ ਇਸ ਕਰਕੇ ਕੈਪਟਨ ਸਾਹਿਬ ਕਾਂਗਰਸ ਤੋਂ ਬਾਹਰ ਗਏ ਆ। ਮਤਲਬ ਹੁਣ ਮੇਰੇ ਸਤਿਕਾਰਯੋਗ ਆ, ਮੈਂ ਕੈਪਟਨ ਸਾਹਿਬ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ, ਪਰ ਤੁਸੀਂ ਹਟਦੇ ਨਹੀਂ ਹੁੰਦੇ ਇਹ ਸਵਾਲ ਪੁੱਛਣੋਂ। ਯਾਰ ਕੈਪਟਨ ਅਮਰਿੰਦਰ ਸਿੰਘ ਜੀ ਇੰਨੇ ਤਾਂ MLA ਬੈਠੇ ਰਹਿੰਦੇ ਸੀ ਘਰਾਂ 'ਚ, ਇੰਨੇ MLA ਉਹਨਾਂ ਦੇ ਡਰਾਇੰਗ ਰੂਮ 'ਚ ਉਡੀਕਦੇ ਬੈਠੇ ਰਹਿੰਦੇ ਸੀ ਜਿੰਨੇ ਬੰਦਿਆਂ ਨੂੰ ਸੰਬੋਧਨ ਕਰਕੇ ਆਏ ਆ। ਮਤਲਬ ਹੁਣ ਤੁਸੀਂ ਆਪ ਅੰਦਾਜ਼ਾ ਲਾਓ, ਪ੍ਰਾਈਮ ਮਿਨਿਸਟਰ ਦੀ ਰੈਲੀ ਦੇ ਵਿੱਚ ਡੰਡਾ ਕਿਉਂਕਿ ਪਿੱਛੇ ਚੜੇ ਨੇ ED ਦੇ ਹੋਰਾਂ ਦੇ, ਖਾਲੀ ਕੁਰਸੀਆਂ ਨੂੰ BJP ਨੇ ਬੁਲਾਇਆ। ਉਹ ਕਾਂਗਰਸ ਤਾਂ ਯਾਰ ਤੁਸੀਂ ਸ਼ੇਰ ਸੀ, ਜਿੱਦਾਂ ਨੂੰ ਜਾਂਦੇ ਹੀ ਤੁਹਾਡੇ ਤੁਸੀਂ ਰੁੱਖ ਬਦਲ ਦਿੰਦੇ ਸੀ, ਹਵਾ ਬਦਲ ਦਿੰਦੇ ਸੀ। ਹੁਣ ਤੁਸੀਂ ਆਪ ਅੰਦਾਜ਼ਾ ਲਓ, ਜਿਹੜੇ ਮੋਦੀ ਸਾਹਿਬ ਉਹਨਾਂ ਦੇ ਕਰਕੇ ਕੁਰਸੀਆਂ ਪਈਆਂ, ਤੇ ਕੈਪਟਨ ਸਾਹਿਬ ਦੇ ਨਾਲ ਕੀ ਬਤਾਊਂ ਹੁਣ? ਛੱਡੋ ਯਾਰ ਇਹ ਗੱਲ, ਕੈਪਟਨ ਸਾਹਿਬ ਨੂੰ ਲੇਕਿਨ ਤੁਹਾਨੂੰ ਲੱਗਦਾ ਨਹੀਂ 5000 10000 ਵੋਟ ਪੈਂਦੀ ਆ, ਉਹ ਕਾਂਗਰਸ ਦੀ ਵੋਟ ਹੋਏਗੀ, ਡੈਂਟ ਪਾਏਗੀ। ਕਿਹਨੂੰ ਪਏਗੀ ਵੋਟ? ਕੈਪਟਨ ਸਾਹਿਬ ਨੂੰ। ਹਾਂ, ਕੀ ਕਿਆ ਲੋਕਾਂ ਨੂੰ ਤੁਸੀਂ ਕੀ ਸਮਝਦੇ ਹੋ? ਨਹੀਂ ਦੱਸੋ ਤਾਂ ਸਹੀ ਨਾ, ਕਿਸ ਖੁਸ਼ੀ 'ਚ 5000 ਵੋਟ ਸਿੱਟ ਦੇਣਗੇ ਉਹ? ਵੀ ਜਿਹੜੀ ਖੂਹ ਖਾਤੇ 'ਚ ਜਾਣੀ ਆ, ਤੁਸੀਂ ਕੀ ਲੋਕਾਂ ਨੂੰ ਸਮਝਦੇ ਹੋ ਵੀ ਉਹ ਇਹ ਵੋਟ 5000 ਵੀ ਉਹ ਕੈਪਟਨ ਦੇ ਨਾਂ ਤੇ ਪਾ ਦੇਣਗੇ? ਕਾਹਦੇ ਲਈ? ਕੀ ਰੰਗ ਲਾਇਆ? BJP ਦੇ ਨਾਲ ਹੈ, ਢੀਂਡਸਾ ਹੋ ਰਹੀ ਹੈ, ਤੁਸੀਂ ਬਹੁਤ ਲਾਈਟਲੀ ਲੈ ਰਹੇ ਹੋ। ਕੈਪਟਨ ਅਮਰਿੰਦਰ ਸਿੰਘ BJP ਢੀਂਡਸਾ ਪਟਿਆਲਾ ਤੋਂ, ਪਟਿਆਲਾ 'ਚ 9 ਹਲਕੇ ਹੈ, ਬਾਕੀ ਥਾਵਾਂ ਤੇ ਵੀ ਰਸੂਖ ਹੋਏਗਾ, ਨੁਕਸਾਨ ਤਾਂ ਕਾਂਗਰਸ ਨੂੰ ਹੋ ਸਕਦਾ। ਦੱਸੋ, ਢੀਂਡਸਾ ਸਾਹਿਬ ਤਾਂ ਬਜ਼ੁਰਗ ਨੇ, ਮੈਂ ਉਹਨਾਂ ਬਾਰੇ ਐਵੇਂ ਮੈਂ ਕਹਾਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ BJP ਦਾ ਹਾਲ ਤੁਸੀਂ ਮੋਦੀ ਸਾਹਿਬ ਦੇ ਰੈਲੀ 'ਚ ਦੇਖ ਲਿਆ। ਕੈਪਟਨ ਸਾਹਿਬ ਅੱਜ ਤੱਕ, ਮਤਲਬ ਮੈਂ ਕਈ ਵਾਰ ਦੇਖ ਕੇ ਵੀ ਹੈਰਾਨ ਹੁੰਦਾ ਵੀ ਕਿਹੜੇ ਬੰਦੇ ਆ ਜਿਹੜੇ ਕੈਪਟਨ ਸਾਹਿਬ ਨੂੰ ਜੁਆਇਨ ਕਰ ਰਹੇ ਆ। ਉਹ ਬੰਦੇ ਨੇ ਜਿਹਨਾਂ ਨੂੰ ਕੈਪਟਨ ਸਾਹਿਬ, ਮੈਂ ਸਮਝਦਾ ਜੇ ਉਹਨਾਂ ਦਾ ਨਾਂ ਕੋਈ ਉਹਨਾਂ ਦੇ MP ਸਿੰਘ ਜੀ ਜਾਂ ਉਹਨਾਂ ਦੇ ਕੋਈ ਹੋਰ ਕੋਈ ਭੁੱਲੇ ਪਾ ਕੇ ਚਿੱਟ ਵੀ ਭੇਜ ਦਿੰਦਾ ਸੀ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਹਿੰਦੇ ਸੀ ਵੀ ਤੁਹਾਨੂੰ ਸ਼ਰਮ ਨਹੀਂ? ਆਪਣੇ ਬੰਦਿਆਂ ਨੂੰ, ਉਹਨਾਂ ਨੂੰ PA ਨੂੰ ਕਹਿੰਦੇ ਵੀ ਤੁਸੀਂ ਮੇਜਰ ਅਮਰਦੀਪ ਜੀ ਆ 9 ਚਿੱਟ ਤੁਹਾਡੀ ਜ਼ਰੂਰਤ ਕਿਵੇਂ ਪਈ ਆ? ਅੱਜ ਉਹ ਬੰਦਿਆਂ ਨਾਲ ਖਚਾ ਫੋਟੋਆਂ ਪਾ ਰਹੇ, ਮੁਕਾਬਲਾ ਹੋਏਗਾ। BJP ਨੇ ਬਹੁਤ ਸਾਰੇ ਇਸ ਵੇਲੇ ਸੰਪਰਕ ਦੇ ਵਿੱਚ ਨੇ। ਤੁਹਾਨੂੰ ਆਫਰ ਆਇਆ ਸੀ, ਫਤਿਹ ਬਾਜਵਾ ਚਲੇ ਗਏ, ਰਾਣਾ ਸੋਢੀ ਚਲੇ ਗਏ, ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਦੇ ਨਾਲ ਨੇ। ਤੁਹਾਨੂੰ ਆਫਰ ਆਇਆ ਕਦੀ BJP, ਕਿਉਂਕਿ ਅਮਿਤ ਸ਼ਾਹ ਨਾਲ ਤੁਹਾਡੀ ਬੜੀ ਸੌਫਟ ਕੋਰਨਰ ਰਹਿੰਦਾ, ਤੁਹਾਨੂੰ ਕਦੀ ਆਫਰ ਆਇਆ, ਕਦੀ BJP ਨੇ ਕਿਹਾ ਕਿ ਰਵਨੀਤ ਤੁਸੀਂ ਆਣਾ ਚਾਹੋਗੇ? ਮੇਰੀ ਅਮਿਤ ਸ਼ਾਹ ਜੀ ਨਾਲ ਬਹੁਤ ਜ਼ਿਆਦਾ ਮੈਂ ਮਾਣ ਸਤਿਕਾਰ, ਚਾਹੇ ਕੋਈ ਕੁਛ ਕਵੇ, ਪਰ ਉੱਥੇ ਵੀ ਕਈ ਮੀਡੀਆ ਵਾਲੇ ਜਿਹੜੇ ਪਾਰਲੀਮੈਂਟ ਸੀ ਉਹਨਾਂ ਨੇ ਵੀ ਪੁੱਛਿਆ ਅਮਿਤ ਸ਼ਾਹ ਜੀ ਨੂੰ ਵੀ, ਮੈਨੂੰ ਵੀ ਪੁੱਛਿਆ। ਮੈਂ ਕਿਹਾ ਦੇਖੋ ਨਾ, ਉਹਨਾਂ ਨੂੰ ਪਤਾ ਵੀ ਇਹ ਕਿਸ ਦਾਦੇ ਦਾ ਪੋਤਾ ਹੈ। ਮੈਂ ਕਿਹਾ ਮੇਰੇ ਨਾਲ, ਮੈਨੂੰ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਆ, ਮੇਰੇ ਨਾਲ ਕਦੇ ਸਿਆਸਤ ਦੀ ਗੱਲ, ਮੈਂ ਜੇ ਗੱਲ ਉਹਨਾਂ ਨਾਲ ਕਰਦਾ ਹਮੇਸ਼ਾ ਦੇਸ਼ ਦੀ, ਦੇਸ਼ ਦੇ ਵਿੱਚ ਟੈਰਰਿਜ਼ਮ ਖਤਮ ਕਿਵੇਂ ਕਰਨਾ, ਜੰਮੂ ਕਸ਼ਮੀਰ 'ਚ ਜਿਹੜਾ ਅੱਤਵਾਦ ਆ ਕਿਵੇਂ, ਅਸੀਂ ਪੰਜਾਬ 'ਚ ਕਿਵੇਂ ਖਤਮ ਕੀਤਾ ਹੈ, ਸਿਰਫ ਇਦੋਂ ਵੱਧ, ਕਿਉਂਕਿ ਮੈਂ ਹੋਮ ਕਮੇਟੀ ਦਾ ਮੈਂਬਰ ਵੀ ਹਾਂ ਲਗਾਤਾਰ, ਤੇ ਮੇਰਾ ਇੰਟਰਸਟ ਵੀ ਰਹਿੰਦਾ ਉਹਨਾਂ ਕੋਲ ਹੋਮ ਮਹਿਕਮਾ। ਇਦੋਂ ਵੱਧ ਇਹ ਕਿਸੇ ਨੂੰ ਤੁਸੀਂ ਪੁੱਛ ਲਿਓ, ਸੰਪਰਕ ਕਰਨਾ ਤਾਂ ਬਹੁਤ ਦੂਰ ਦੀ ਗੱਲ। ਕਿਸੇ ਨੇ ਕਦੀ ਕੋਈ ਆਫਰ ਨਹੀਂ ਦਿੱਤਾ BJP 'ਚ? BJP RSS ਕਿਸੇ ਨੇ ਆਫਰ ਨਹੀਂ ਦਿੱਤਾ? ਮੈਂ ਕਿਹਾ ਜੀ ਮੇਰੇ ਨਾਲ ਜਿਹੜੇ ਹੁਣ ਇੰਚਾਰਜ ਨੇ ਗੁਰਜਿੰਦਰ ਸ਼ੇਖਾਵਤ ਸਾਹਿਬ, ਉਹ ਵੀ MP ਮੰਤਰੀ ਵੀ ਨੇ। ਮੈਂ ਕਿਹਾ ਜੀ ਤੁਸੀਂ ਚਲੋ ਲੋਕਲ ਕਦੇ ਜਿਹੜੇ BJP ਵਾਲੇ ਆ ਇਹਨਾਂ ਨੂੰ ਵੀ ਪੁੱਛ ਲਿਓ ਵੀ ਕਦੇ ਕਿਸੇ ਨੇ
ਜਾਂ ਜਿਹੜੇ ਹੁਣ ਜੁਆਇਨ ਕੀਤੇ ਆ ਉਹਨਾਂ ਨੂੰ ਪੁੱਛ ਲਿਓ। ਮੇਰੀ ਕਿਸੇ ਦੀ ਹਿੰਮਤ ਹੀ ਨਹੀਂ ਹੋਈ ਮੈਂ ਕਿ ਮੈਨੂੰ ਕਿਸੇ ਨੂੰ ਕਹਿਣ ਦੀ ਵੀ ਭਾਈ ਜੁਆਇਨ ਕਰਨਾ ਜਾਂ ਨਹੀਂ ਕਰਨਾ। ਉਹਨਾਂ ਨੂੰ ਪਤਾ ਹੀ ਆ ਵੀ ਇਹ ਕਿਸ ਮਿੱਟੀ ਦੇ ਬਣੇ ਹੋਏ ਆ। ਰਵਨੀਤ ਬਿੱਟੂ ਕਦੀ ਕਾਂਗਰਸ ਨਹੀਂ ਛੱਡਣਗੇ, ਅਖੀਰਲੇ ਸਾਹ ਤੱਕ ਕਾਂਗਰਸ 'ਚ ਰਹਿਣਗੇ? ਨਹੀਂ ਦੇਖੋ, ਕਾਂਗਰਸ ਰਹੇਗੀ ਤਾਂ ਫਿਰ ਕਾਂਗਰਸ 'ਚ ਰਵਾਂਗੇ ਇਹ 'ਚ ਕੀ ਸ਼ੱਕ ਆ। ਕਾਂਗਰਸ ਲੱਗਦਾ ਨਹੀਂ ਰਹੇਗੀ। ਨਹੀਂ ਮੈਂ ਇਹ ਨਹੀਂ ਗੱਲ ਕਹਿੰਦਾ, ਇਹ ਤਾਂ ਤੁਹਾਨੂੰ ਮੈਂ ਇਹ ਗੱਲ ਵੀ ਕਾਂਗਰਸ 'ਚ ਆ ਤੇ ਕਾਂਗਰਸ 'ਚ ਹੀ ਰਹਿਣਾ ਹੈ। ਇਸ ਤੋਂ ਬਾਅਦ ਮਤਲਬ ਹੋਰ ਹੁਣ ਕਾਂਗਰਸ ਕੀ ਦੇ ਦੇਵੇ। ਅੱਛਾ, ਨਰਿੰਦਰ ਮੋਦੀ ਅਮਿਤ ਸ਼ਾਹ ਬਾਰੇ ਤੁਹਾਡੀ ਰਾਏ ਕੀ ਹੈ, ਪਰਸਨਲ ਰਾਏ ਕੀ ਹੈ ਤੁਹਾਡੀ? ਨਹੀਂ ਦੇਖੋ, ਇਸ ਵੇਲੇ ਬਹੁਤ ਜਿਹੜਾ ਇਹ ਦੇਸ਼ ਨੂੰ ਵੰਡਤਾ, ਦੇਸ਼ ਦੁਬਾਰਾ ਧਰਮਾਂ ਤੇ ਮਜ਼ਹਬਾਂ ਤੇ ਲਿਆ ਕੇ ਖੜਾ ਕਰਤਾ, ਜਿਹੜੀ ਕਿ ਇੱਕ ਬਹੁਤ ਹੀ ਮੈਂ ਸਮਝਦਾ ਮਾੜੀ ਗੱਲ ਆ। ਜੋ ਕੁਛ ਪ੍ਰਾਈਮ ਮਿਨਿਸਟਰ ਦੇ ਜਾਣ ਤੋਂ ਬਾਅਦ ਜੋ ਟਵੀਟ, ਜੋ ਉਹਨਾਂ ਦੇ ਟਵਿੱਟਰ ਹੈਂਡਲਰਸ ਨੇ ਜੋ ਕੰਮ ਕੀਤਾ ਹੈ, ਉਹ ਕੋਈ ਕਮੀ ਥੋੜੀ ਛੱਡੀ ਆ। ਇਹ ਤਾਂ ਆਪਣੇ ਹੀ ਪੰਜਾਬ ਦੇ ਬਹੁਤ ਸਿਆਣੇ ਬੁੱਧੀਜੀਵੀ ਪੁਰਾਣੇ ਪੱਤਰਕਾਰ ਇੱਕਦਮ ਉਹਨਾਂ ਨੇ ਦੇਖਿਆ ਵੀ ਕੀ ਕੁਛ ਆ ਰਿਹਾ ਤੇ ਇੱਕਦਮ ਲਾਈਵ ਹੋਏ, ਬਾਹਰੋਂ ਹੋਏ ਆਪਣੇ ਕਿਉਂਕਿ ਅੱਜ ਕੱਲ੍ਹ ਸੌਖਾ ਹੈ, ਆਪਣੀ ਸਿਆਣਪ ਨਾਲ ਸਾਰੇ ਪੰਜਾਬੀਆਂ ਨਾਲ ਠੰਡੇ ਹੋ ਕੇ ਗੱਲ ਕੀਤੀ। ਬਾਹਰ ਦੇਸ਼ ਨੂੰ ਮੈਸੇਜ ਇਹ ਦਿੱਤਾ ਵੀ ਨਹੀਂ, ਇਹ ਇਹੋ ਜਿਹੀ ਕੋਈ ਗੱਲ ਨਹੀਂ ਗੀ ਜਿਹੜੀ ਆ ਇਹ ਹੈਂਡਲਰ ਪਾ ਰਿਹਾ ਵੀ ਜਾਣ ਕੇ ਕੀਤਾ ਕਿਸੇ ਨੇ। ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? ਜਦੋਂ ਕਿਹਾ ਜਾ ਰਿਹਾ, ਕੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀਗਾ ਕਿ ਵਿੱਤ ਮੰਤਰੀ ਨੂੰ, ਖਜ਼ਾਨਾ ਮੰਤਰੀ ਨੂੰ ਕਹਿ ਕੇ ਗਏ ਸੀਗੇ ਪ੍ਰਧਾਨ ਮੰਤਰੀ ਕਿ ਮੈਂ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ, ਮੈਂ ਜ਼ਿੰਦਾ ਵਾਪਸ ਜਾ ਰਿਹਾ। ਇਸ ਨੂੰ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਕਈ ਸਾਰੇ ਐਲਾਨ ਹੋਣੇ ਸੀ, ਕਈ ਫਾਇਦਾ ਹੋ ਸਕਦਾ ਸੀ ਅਗਰ ਪ੍ਰਧਾਨ ਮੰਤਰੀ ਪਹੁੰਚ ਜਾਂਦੇ? ਦੇਖੋ, ਮੈਨੂੰ ਇਹ ਗੱਲ ਨਹੀਂ ਪਤਾ, ਨਾ ਮੇਰੀ ਕਿਸੇ ਨਾਲ ਗੱਲ ਹੋਈ ਆ ਵੀ ਕੀ ਪ੍ਰਧਾਨ ਮੰਤਰੀ ਇਹ ਜ਼ਰੂਰ ਚੈਨਲਾਂ ਤੇ ਜ਼ਰੂਰ ਚੱਲ ਰਹੀ ਆ। ਹਾਂ, ਇਸ ਪੱਖੋਂ ਮੈਂ ਜ਼ਰੂਰ ਮੰਨਦਾ, ਜੇ ਪ੍ਰਧਾਨ ਮੰਤਰੀ ਜੀ ਪੋਲੀਟਿਕਸ ਨਾ ਦੇਖਦੇ ਹੋਏ, ਕਾਂਗਰਸ ਬੀਜੇਪੀ ਨਾ ਦੇਖਦੇ ਹੋਏ ਪ੍ਰਧਾਨ ਮੰਤਰੀ, ਹਾਂ, ਪਰ ਇਹ ਅਨਾਉਂਸਮੈਂਟ ਉਹ ਬਠਿੰਡਿਓਂ ਵੀ ਕਰ ਸਕਦੇ ਸੀ ਜਦੋਂ ਉੱਥੇ ਪਹੁੰਚ ਨਹੀਂ ਸੀ ਜਾਂਦੇ ਹੋਏ ਵੀ ਜੇ ਉਹਨਾਂ ਦੀ ਮਨਸ਼ਾ ਹੁੰਦੀ। ਹਾਂ, ਪਰ ਇਹ ਜ਼ਰੂਰ ਆ ਵੀ ਜੋ ਵੀ ਅਨਾਉਂਸਮੈਂਟ ਸੀ ਉਹਨਾਂ ਨੇ ਕਰਨੀਆਂ ਜ਼ਰੂਰ ਸੀ। ਇਹ ਹੁਣ ਕੀ ਉਹਨਾਂ ਦੀ ਗੇਮ ਸੀ, ਕੀ ਉਹਨਾਂ ਨਾਲ ਹੋਇਆ, ਇਹ ਹੁਣ ਜੇ ਮੈਂ ਇਹੋ ਜਿਹੀ ਗੱਲ ਕਰਾਂ ਉਹਦਾ ਫਾਇਦਾ ਨਹੀਂ। ਇਨਵੈਸਟੀਗੇਸ਼ਨ ਦਾ ਵਿਸ਼ਾ ਹੈ, ਆਪਣੀ ਵੀ 3 ਮੈਂਬਰ ਕਮੇਟੀ ਬਣੀ ਹੋਈ ਆ ਤੇ ਸੁਪਰੀਮ ਕੋਰਟ ਨੇ ਸਿੱਧਾ। ਪੰਜਾਬ ਪੁਲਿਸ ਦਾ ਫੇਲੀਅਰ ਹੈ, ਐਸਪੀਜੀ ਦਾ ਫੇਲੀਅਰ ਹੈ, ਕਿਉਂਕਿ ਐਸਐਸਪੀ ਫਿਰੋਜ਼ਪੁਰ ਦਾ ਤਾਂ ਤਬਾਦਲਾ ਹੋ ਗਿਆ। ਨਹੀਂ, ਇਹ ਦੇਖੋ, ਇੱਕ ਗੱਲ ਤਾਂ ਮੰਨਣੀ ਪਊ, ਚੀਫ ਮਿਨਿਸਟਰ ਨੇ ਜਾਂ ਕਿਸੇ ਨੇ ਆਪ ਡੰਡਾ ਲੈ ਕੇ ਤਾਂ ਖੜਨਾ ਨਹੀਂਗਾ। ਚੀਫ ਮਿਨਿਸਟਰ ਜਾਂ ਜਿਹੜੀ ਸਰਕਾਰ, ਇਹ ਪੂਰਾ ਟੋਟਲ ਕੰਟਰੋਲ ਆ ਜਿਹੜਾ ਐਸਪੀਜੀ ਦਾ। ਤੁਸੀਂ ਵੀ ਕਵਰ ਕਰਦੇ ਰਹੇ ਹੋ, ਇਹ ਲੈਪਸ ਤਾਂ ਇਹ 'ਚ ਹੈਗੀ ਇਹ ਤਾਂ ਮੰਨਣਾ ਹੀ ਪਊਗਾ। ਇਹ 'ਚ ਜਦੋਂ ਵੀ ਪ੍ਰਧਾਨ ਮੰਤਰੀ ਚਾਹੇ ਹੈਲੀਕਾਪਟਰ ਨਾ ਆਉਣ ਚਾਹੇ ਜਹਾਜ਼ ਨਾ ਆਉਣ, ਰੋਡ ਦਾ ਪਲਾਨ ਉਹਨਾਂ ਦਾ ਤਿਆਰ ਹੁੰਦਾ ਹੀ ਹੁੰਦਾ ਏ। ਤੇ ਇੱਕ ਗੱਲ ਨੂੰ ਮੇਰੀ ਨੂੰ ਸਮਝੋ, ਐਸਪੀਜੀ ਵੀ ਮੈਨੂੰ ਸਮਝ ਕੁਛ ਆਈ ਨਹੀਂ ਵੀ ਇਹਦਾ ਕਮੀ ਉਹਨਾਂ ਨੇ ਵੀ ਕਿਉਂ ਛੱਡੀ। ਪ੍ਰਧਾਨ ਮੰਤਰੀ ਦਾ ਕਾਫਲਾ, ਲੈਂਡ ਕਰੂਜ਼ਰ, ਰੇਂਜ ਰੋਵਰ, ਉਹਨਾਂ ਦੀਆਂ ਸਾਰੀਆਂ ਜਿਹੜੀਆਂ 1-2 ਗੱਡੀਆਂ ਜਿਹੜੀਆਂ ਪਹਿਲੇ ਲੈਂਡ ਕਰੂਜ਼ਰ ਜਾਂ ਜਿਹੜੀ ਵੀ ਲੈ ਕੇ ਆਉਣ, ਉਹ ਚਾਹੇ ਰੇਂਜ ਰੋਵਰ, ਉਹਦੇ ਅੱਗੇ ਉਹਨਾਂ ਦੀਆਂ ਕਿਹੜੀਆਂ ਹੁੰਦੀਆਂ ਏ, ਫੋਰਚੂਨਰ ਹੁੰਦੀਆਂ ਏ। ਆਪਾਂ ਰੋਜ਼ ਦਿੱਲੀ ਰਹਿੰਦੇ ਹਾਂ, ਪਾਰਲੀਮੈਂਟ 'ਚ ਦੇਖਦੇ ਹਾਂ। ਫਿਰ 2 ਫੋਰਚੂਨਰ ਤੋਂ ਬਾਅਦ ਫਿਰ ਉਹਨਾਂ ਦੀ ਇੱਕ ਡਮੀ ਕਾਰ ਹੁੰਦੀ ਹੈ, ਸੇਮ ਉਹੋ ਜਿਹੀ, ਉਹ ਲੈਂਡ ਕਰੂਜ਼ਰ ਹੋਵੇ ਚਾਹੇ ਦੂਜੀ ਹੋਵੇ, ਫਿਰ ਫੋਰਚੂਨਰ ਹੁੰਦੀਆਂ। ਉਦੋਂ ਬਾਅਦ ਉਹਨਾਂ ਦਾ ਪਹਿਲਾਂ ਜੈਮਰ ਹੁੰਦਾ ਏ, ਉਹ ਵੀ ਫੋਰਚੂਨਰ ਦਾ ਹੁੰਦਾ ਹੈ ਕਾਲੇ ਰੰਗ ਦਾ। ਫਿਰ ਉਹਨਾਂ ਦੀ ਮਰਸਡੀਜ਼ ਦੀ ਐਂਬੂਲੈਂਸ ਹੁੰਦੀ ਹੈ ਹਰ ਜਗ੍ਹਾ। ਇਹ ਤਾਂ 200 ਕਿਲੋਮੀਟਰ ਸੀ ਯਾਰ, ਬਾਈ ਰੋਡ ਗੱਡੀਆਂ ਨੇ ਆ ਜਾਣਾ ਸੀ। ਜਿੱਥੇ ਦੂਰ ਜਾਂਦੇ ਆ ਨਾਰਥ ਈਸਟ ਜਾਂ ਕੇਰਲ ਤੱਕ, ਜਾਂ ਟ੍ਰੇਨ ਰਾਹੀਂ ਗੱਡੀਆਂ ਜਾਂਦੀਆਂ ਜਾਂ ਉਹਨਾਂ ਦੇ ਚੌਪਰ ਰਾਹੀਂ ਜਾਂਦੀਆਂ। ਉਰੇ ਤੁਸੀਂ ਦੇਖੋਗੇ ਇੱਕ ਗੱਡੀ ਉਹਨਾਂ ਦੀ ਇਕੱਲੀ ਜਿਹੜੀ ਪੀਐਮਓ ਦੀ ਸੀ, ਇੱਕ ਬੁਲਟ ਪ੍ਰੂਫ ਗੱਡੀ ਉਹਨਾਂ ਨੇ ਪਿੱਛੇ ਹਰਿਆਣੇ ਤੋਂ ਲਈ ਹੋਈ ਸੀ। ਜੈਮਰ ਜਿਹੜਾ ਹੈ ਉਹ ਆਪਣੀ ਸਿਕਿਉਰਿਟੀ ਦਾ, ਪੰਜਾਬ ਸਿਕਿਉਰਿਟੀ ਦਾ ਜੈਮਰ ਆ ਜਿਹੜਾ, ਉਹ ਗਿਆ ਹੋਇਆ ਸੀ। ਇਸ ਕਰਕੇ ਜੇ ਤੁਸੀਂ ਕਹੋ ਵੀ ਪ੍ਰਾਈਮ ਮਿਨਿਸਟਰ ਦੀ ਜਾਂ ਉਹਨਾਂ ਦੀ ਤਿਆਰੀ ਨਹੀਂ ਸੀ, ਹਰ ਇਨੋਵਾ ਤੇ ਗੱਡੀਆਂ ਦੇ ਇਹ ਵੀ ਲੱਗਿਆ ਸੀ ਵੀ ਇਹ ਪਾਇਲਟ ਕਾਰ ਆ, ਇਹ ਪਿਛਲੀ ਕਾਰ ਆ, ਅਗਲੀ ਕਾਰ ਆ, ਉਹ ਤਿਆਰੀ ਕਾਫਲਾ ਪੂਰਾ ਸੀਗਾ। ਬਿੱਟੂ ਸਾਹਿਬ, ਕਿਉਂਕਿ ਹੁਣ ਚੋਣਾਂ 14 ਫਰਵਰੀ ਨੂੰ ਹੋਣੀਆਂ, ਕਦੀ ਰਵਨੀਤ ਬਿੱਟੂ ਨੇ ਸੋਚਿਆ ਕਿ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਪੰਜਾਬ ਸੰਭਾਲਿਆ, ਕਦੀ ਤੁਹਾਡੇ ਮਨ ਦਾ ਸੁਪਨਾ ਹੈ ਕਿ ਮੈਂ ਵੀ ਆਪਣੇ ਦਾਦਾ ਜੀ ਵਾਂਗੂ, ਬੇਅੰਤ ਸਿੰਘ ਹੋਰਾਂ ਵਾਂਗੂ ਪੰਜਾਬ ਸੰਭਾਲਾਂ, ਮੈਂ ਵੀ ਸੀਐਮ ਬਣਾ? ਔਰ ਜਿਹੜੇ ਉਹਨਾਂ ਦੇ ਅਧੂਰੇ ਕੰਮ ਰਹਿ ਗਏ, ਕਿਉਂਕਿ ਤੁਹਾਡੇ ਨਾਲ ਗੱਲਬਾਤ ਕਰਦੇ ਹੋਣੇ ਕਿ ਆ ਵੀ ਪੰਜਾਬ ਲਈ ਕਰਨਾ, ਆ ਵੀ ਕਰਨਾ, ਤੇ ਇੱਕੋ ਕੰਮ ਟੈਰਰਿਜ਼ਮ ਮਾਡਲ ਜਿਹੜਾ ਟੈਰਰਿਸਟ ਖਤਮ ਕਰਨਾ ਸੀ, ਉਹ ਉਹਨਾਂ ਦਾ ਖਤਮ ਹੋਇਆ ਸੀ। ਹਜੇ ਤਾਂ ਜਿਹੜਾ ਪੰਜਾਬ ਜਿਹੜਾ ਪਿੱਛੇ ਪਿਆ ਇਹਦੇ ਗਵਰਨਰੀ ਰੂਲ 'ਚ, ਉਹ ਰੋਜ਼ ਸੋਚਦੇ ਸੀ ਵੀ ਉਹ ਕਿਵੇਂ ਮੈਂ ਕਰਨਾ। ਤੁਹਾਡਾ ਸੁਪਨਾ ਹੈ ਕਿ ਉਹ ਕੰਮ ਪੂਰੇ ਕਰੋ ਐਜ਼ ਏ ਸੀਐਮ ਬਣ ਕੇ? ਦੇਖੋ, ਬਿਲਕੁਲ ਸੁਪਨਾ ਹੈ ਇਹ 'ਚ, ਕੋਈ ਵੀ ਮੈਂ ਐਵੇਂ ਕਹਾਂ ਇਹ ਗੱਲ
ਝੂਠ ਹੋਏਗੀ, 100% ਸੁਪਨਾ ਹੈ। ਤੇ ਪ੍ਰਮਾਤਮਾ ਦੇ ਮੂਹਰੇ ਅਰਦਾਸ ਵੀ ਰੋਜ਼ ਕਰਦੇ ਆ ਵੀ ਉਹ ਸੁਪਨਾ ਸੱਚ ਹੋਵੇ, ਉਹ ਕਰ ਸਕੀਏ, ਕਿਵੇਂ ਕਰ ਸਕੀਏ, ਕਦ ਕਰ ਸਕੀਏ, ਉਹ ਇੱਕ ਅਲੱਗ ਗੱਲ ਆ। ਕੀ ਇਹ ਸੁਪਨਾ 2022 ਦੀਆਂ ਚੋਣਾਂ ਤੋਂ ਬਾਅਦ ਪੂਰਾ ਹੋ ਸਕਦਾ ਹੈ ਜਾਂ ਤੁਹਾਨੂੰ ਲੱਗਦਾ ਕਿ 27 ਤੱਕ ਇੰਤਜ਼ਾਰ ਕਰਨਾ ਹੋਏਗਾ? ਬਾਬਾ ਪਹਿਲਾਂ ਹੀ ਜਿਹੜਾ ਬਹੁਤ ਜ਼ਿਆਦਾ ਸਾਡੇ ਸੀਨੀਅਰ ਲੀਡਰ, ਬਹੁਤ ਜ਼ਿਆਦਾ ਕੰਪੀਟੀਸ਼ਨ ਆ, ਬਹੁਤ ਸਖਤ ਕੰਪੀਟੀਸ਼ਨ ਆ। ਹਜੇ ਅਸੀਂ ਤਾਂ ਮਤਲਬ ਜਿਵੇਂ ਹੁੰਦੇ ਨਾ ਉਹ MBBS ਤੋਂ ਬਾਅਦ ਉਹ MD ਵਾਲੇ ਬੈਠੇ ਆ। ਨਹੀਂ, ਇਸ ਕੰਪੀਟੀਸ਼ਨ 'ਚ ਚਰਨਜੀਤ ਸਿੰਘ ਚੰਨੀ ਬਹੁਤ ਪਿੱਛੇ ਸੀਗੇ। ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਚੰਨੀ ਇਸ ਕੰਪੀਟੀਸ਼ਨ 'ਚ ਆਣਗੇ ਔਰ ਕੰਪੀਟੀਸ਼ਨ ਜਿੱਤ ਵੀ ਜਾਣਗੇ। 22 'ਚ ਤੁਸੀਂ ਕੰਪੀਟੀਸ਼ਨ 'ਚ ਆਪਣੇ ਆਪ ਨੂੰ ਮੰਨਦੇ ਹੋ ਕਿ ਆਪਣੇ ਦਾਦਾ ਜੀ ਦਾ ਸੁਪਨਾ ਪੂਰਾ ਕਰੋ ਐਜ਼ ਏ CM ਬਣ ਕੇ, ਕਿ ਆਹ ਮੇਰੇ ਦਾਦਾ ਜੀ ਨੇ ਮੈਨੂੰ ਕਿਹਾ ਸੀਗਾ ਕਿ ਬਿੱਟੂ ਇੱਕ ਦਿਨ ਤੂੰ ਇਹ ਚੀਜ਼ਾਂ ਪੂਰੀਆਂ ਕਰੀ। ਤੇ ਜਾਂ ਅਗਲੇ 5 ਸਾਲ ਜਿਹੜੇ MD ਕਰ ਰਹੇ ਆ ਉਹਨਾਂ ਨੂੰ ਕਰ ਲੈਣ ਦਿਓ। ਸਾਡੀ ਹਜੇ ਜਿਹੜਾ ਬਾਰੀ ਆ MBBS 'ਚ ਅਸੀਂ ਭਰ ਲਈ ਹੋਈ ਆ, ਸਾਨੂੰ ਹੋਰ ਪ੍ਰੈਕਟੀਕਲ ਕਰ ਲੈਣ ਦਿਓ, ਹੋਰ ਸਾਨੂੰ ਦੇਖ ਲੈਣ ਦਿਓ ਵੀ ਕਿਵੇਂ ਕੰਮ ਚੱਲਦਾ। ਹਜੇ ਭਾਈ ਡਰ ਲੱਗਦਾ, ਬਹੁਤ ਵੱਡੇ ਵੱਡੇ ਲੀਡਰ ਨੇ, ਜੇ ਮਾੜੀ ਮੋਟੀ ਅੰਦਰ ਖਾਤੇ ਵੀ ਗੱਲ ਕਿਤੇ ਪਹੁੰਚ ਜੇ ਵੀ ਇਹ ਕੋਈ ਇਹੋ ਜਿਹੀ ਗੱਲ ਕਰ ਰਹੇ ਆ ਤੇ ਖਤਰਾ ਬਹੁਤ ਭਾਰੀ ਆ। ਨਹੀਂ, ਪਰ 5 ਸਾਲ ਬਾਅਦ ਮਨ ਹੈ ਜਿਹੜਾ ਤੁਸੀਂ ਕਹਿੰਦੇ ਅਰਦਾਸ ਕਰਦਾ ਕਿ ਰੋਜ਼ ਸਵੇਰੇ ਉੱਠ ਕੇ ਅਰਦਾਸ ਕਰੀਦੀ ਹੈ। SP ਜੀ ਪ੍ਰਧਾਨ ਮੰਤਰੀ ਨੂੰ ਨਹੀਂ ਬਚਾ ਸਕੀ, ਇਹ ਪੰਜਾਬ ਆ। ਨਹੀਂ, ਰੋਜ਼ ਤੁਸੀਂ ਅਰਦਾਸ ਕਰਦੇ ਹੋ ਕਿ ਹਾਂ ਮੈਂ ਆਪਣੇ ਦਾਦਾ ਜੀ ਦਾ ਸੁਪਨਾ, ਜਿਹੜੇ ਅਧੂਰੇ ਕੰਮ ਰਹਿ ਗਏ ਉਹ ਮੈਂ ਪੂਰੇ ਕਰਨੇ ਆ। ਉਹ ਤਾਂ ਕਿਸੇ CM ਤੋਂ ਵੀ ਕਰਾ ਸਕਦੇ ਆ, ਜੇ ਕੋਈ ਚੰਗਾ CM ਆ ਜਿਹੜਾ ਅਗਲੀ ਵਾਰ। ਤੁਹਾਡੇ ਚਿਹਰੇ ਦੀ ਮੁਸਕਾਨ ਦੱਸ ਰਹੀ ਹੈ ਕਿ ਕਿਤੇ ਨਾ ਕਿਤੇ ਅੰਦਰ ਮਨ 'ਚ ਹੈ ਕਿ ਹਾਂ ਮੈਂ ਬੇਅੰਤ ਸਿੰਘ ਦਾ ਪੋਤਾ, ਤੇ ਇੱਕ ਦਿਨ ਉਹ ਤਸਵੀਰ ਲੱਗੀ ਹੋਵੇ, ਬੇਅੰਤ ਸਿੰਘ ਵੀ ਹੋਣ ਔਰ ਤੁਸੀਂ ਵੀ ਹੋਵੋ ਔਰ CM ਦੀ ਕੁਰਸੀ ਹੋਵੇ। ਨਹੀਂ ਦੇਖੋ, ਜੇ ਮੇਰੇ ਕਹਿਣ ਨਾਲ ਜਾਂ ਮੇਰੇ ਚਾਹੁਣ ਨਾਲ ਕੁਝ ਹੋਵੇ ਫਿਰ ਮੈਂ ਪੰਕਜ ਕਹਿ ਹੀ ਦੇਵਾਂ। ਗੱਲ ਤਾਂ ਇਹ ਆ ਨਾ ਮੇਰੇ ਕਹਿਣ ਨਾਲ ਕੁਝ ਹੋਣਾ, ਨਾ ਮੇਰੇ ਚਾਹੁਣ ਨਾਲ ਕੁਝ ਹੋਣਾ। ਇਹ ਰਾਹੁਲ ਗਾਂਧੀ ਦੇ ਬੇहद ਕਰੀਬੀ ਹੋ ਤੁਸੀਂ। ਚਰਨਜੀਤ ਸਿੰਘ ਚੰਨੀ ਬਾਰੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਕਦੋਂ ਇਹ ਨਿਕਲੇ। ਲੜਾਈ ਸੀਗੀ, ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ, ਹੋਰ ਕਈ ਸਾਰੇ ਨਾਮ ਸੀ ਔਰ ਨਿਕਲ ਕੇ ਆ ਗਏ ਚਰਨਜੀਤ ਸਿੰਘ ਚੰਨੀ। 22 'ਚ ਵੀ ਕਿਤੇ ਇਹੀ ਨਾ ਹੋਵੇ ਕਿ ਲੜਾਈ ਹੋਵੇ ਨਵਜੋਤ ਸਿੱਧੂ, ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਪਤਾ ਲੱਗੇ ਰਵਨੀਤ ਬਿੱਟੂ ਨੂੰ ਬਣਾਤਾ। ਗੱਲ ਇਹ ਹੈ ਨਾ, ਜਿਵੇਂ ਮੈਂ ਕਿਹਾ ਨਾ ਵੀ ਸਿੱਧੂ ਮੂਸੇਵਾਲ ਟਾਈਮ ਤੇ ਹੀ ਗੱਲ ਹੋਣੀ ਚਾਹੀਦੀ ਆ, ਟਾਈਮ ਤੋਂ ਪਹਿਲਾਂ ਖਰਾਬ ਹੋ ਜਾਂਦੀ ਹੈ ਗੱਲ। ਤੂੰ ਰਹਿਣ ਦੇ ਢਕਿਆ, ਗੱਲ ਨੂੰ ਟਾਈਮ ਤੇ ਹੀ ਹੋਣ ਦਿਓ। ਤਾਂ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਕਿ ਮਨ ਦੇ ਵਿੱਚ ਇੱਕ ਇੱਛਾ ਜ਼ਰੂਰ ਹੈ ਲੇਕਿਨ ਅਜੇ ਸਮਾਂ ਹੈ, ਔਰ ਕਿਉਂਕਿ ਕਹਿੰਦੇ ਕਿ ਸਿਆਸਤ 'ਚ ਅਗਰ ਪਹਿਲਾਂ ਅਨਾਉਂਸ ਕਰ ਦੋ ਤਾਂ ਫਿਰ ਕਈ ਵਾਰ ਜ਼ਿਆਦਾ ਕਲੇਸ਼ ਵੱਧ ਜਾਂਦਾ ਔਰ ਨੰਬਰ ਪਿੱਛੇ ਰਹਿ ਜਾਂਦਾ ਵਾ। ਲੇਕਿਨ ਮਨ 'ਚ ਤਮੰਨਾ ਜ਼ਰੂਰ ਹੈ ਔਰ ਨਾਲ ਹੀ ਨਾਲ ਟਿਕਟਾਂ ਨੂੰ ਲੈ ਕੇ ਇਸ ਗੱਲ ਦਾ ਜ਼ਰੂਰ ਜ਼ਿਕਰ ਕਰ ਰਹੇ ਨੇ ਕਿ ਜਰਨੈਲ ਦੇ ਖਿਲਾਫ ਜਰਨੈਲ ਹੀ ਉਤਾਰਨੇ ਚਾਹੀਦੇ ਨੇ। ਕੈਮਰਾਮੈਨ ਸੰਦੀਪ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ।